ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨ ਦੇਖਿਓ ਨਹਿ ਕੀਓ, ਤੇ ਅਕਿਆਥ ਸੰਸਾਰ ਮੈਂ। ਸੱਜਣ ਸੱਚਾ ਪਾਤਸ਼ਾਹ, ਸ਼ਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਸ਼੍ਰੀ ਰਾਗ ਮਹੱਲਾ ਪੰਜਵਾ। ਜਾਂ ਕਉ ਮੁਸ਼ਕਲ ਅਤਿ ਬਣੈ, ਢੋਈ ਕੋਇ ਨਾ ਦੇ। ਲਾਗੂ ਹੋਏ ਦੁਸ਼ਮਨਾ, ਸਾਕ ਭੇ ਭਜ ਖਲੇ। ਜਾਂ ਕਉ ਮੁਸ਼ਕਲ ਅਤਿ ਬਣੈ, ਢੋਈ ਕੋਇ ਨਾ ਦੇ। ਲਾਗੂ ਹੋਏ ਦੁਸ਼ਮਨਾ, ਸਾਕ ਪੇ ਭਜ ਖਲੇ। ਸਭੋ ਭਜੈ ਆਸਰਾ, ਚੁਕੈ ਸਭ ਅਸਰਾਓ। ਚਿਤ ਆਵੈ ਓਸ ਪਾਰ ਬ੍ਰਹਮ, ਲੱਗੈ ਨ ਤਤੀ ਵਾਓ। ਸਾਹਿਬ ਨਿਤਾਣਿਆਂ ਕਾ ਤਾਣ, ਆਏ ਨ ਜਾਈ ਥਿਰ ਸਦਾ। ਗੁਰ ਸ਼ਬਦੀ ਸੱਚ ਜਾਣ, ਰਹਾਉ ਜੇ ਕੋ ਹੋਵੈ ਦੁਬਲਾ। ਨੰਗ ਭੁੱਖ ਕੀ ਪੀਰਾ, ਦਮੜਾ ਪੱਲੇ ਨਾ ਪਵੈ। ਨਾ ਕੋ ਦੇਵੈ ਧੀਰ, ਸਵਾਰਥ ਸੁਆਓ ਨਾ ਕੋ ਕਰੇ। ਨਾ ਕਿਛ ਹੋਵੈ ਕਾਜ, ਚਿਤ ਆਵੈ ਓਸ ਪਾਰ ਬ੍ਰਹਮ। ਤਾਂ ਨਿਹਚਲ ਹੋਵੈ ਰਾਜ, ਜਾਂ ਕਉ ਚਿੰਤਾ ਬਹੁਤ ਬਹੁਤ। ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪੁਲਿਟਿਆ। ਕਦੇ ਹਰਖ ਕਦੇ ਸੋਗ, ਗੌਣ ਕਰੇ ਚਾਹੁ ਕੁੰਟਕਾ। ਘੜੀ ਨ ਬੈਸਣ ਸੋਏ, ਚਿਤ ਆਵੈ ਓਸ ਪਾਰ ਬ੍ਰਹਮ। ਤਨ ਮਨ ਸ਼ੀਤਲ ਹੋਏ, ਕਾਮ ਕ੍ਰੋਧ ਮੋਹ ਵਸ ਕੀਆ। ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅਗ ਕੀਏ। ਹੋਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਛ। ਕਦੇ ਨ ਕਰਨ ਧਰਿਆ,
ਚਿਤ ਆਵੈ ਊਸ ਪਾਰ ਬ੍ਰਹਮ, ਤਾਂ ਨਿਮਖ ਸਿਮਰਤ ਤਰਿਆ। ਸਾਸਤ ਸਿਮਰਤ ਵੇਦ ਚਾਰ, ਮੁਖਾਗਰ ਵਿਚਰੇ। ਤਪੇ ਤਪੀਸ਼ਰ ਜੋਗੀਆ, ਤੀਰਥ ਗਵਨ ਕਰੇ। ਖਟ ਕਰਮਾਂ ਤੇ ਦੋ ਗੁਣੇ, ਪੂਜਾ ਕਰਤਾ ਨਾਏ। ਰੰਗ ਨ ਲੱਗੀ ਪਾਰ ਬ੍ਰਹਮ, ਤਾਂ ਸਰ ਪਰ ਨਰਕੇ ਜਾਏ। ਰਾਜ ਮਿਲਕ ਸਿਕਦਾਰੀਆਂ, ਰਸ ਭੋਗਣ ਵਿਸਥਾਰ। ਬਾਗ ਸੁਹਾਵੇ ਸੋਹਾਣੇ, ਚੱਲੈ ਹੁਕਮ ਅਫਾਰ। ਰੰਗ ਤਮਾਸ਼ੇ ਬਹੁ ਵਿਧੀ, ਚਾਏ ਲਗ ਰਹਿਆ। ਚਿਤ ਨ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੂਨ ਗਿਆ। ਬਹੁਤ ਧਨਾੜ ਅਚਾਰਵੰਤ, ਸ਼ੋਭਾ ਨਿਰਮਲ ਰੀਤ। ਮਾਤ ਪਿਤਾ ਸੁਤ ਭਾਈਆ, ਸਾਜਨ ਸੰਗ ਪ੍ਰੀਤ। ਲਸਕਰ ਤਰਕਸ ਬੰਦ ਬੰਦ, ਜਿਉ ਜਿਉ ਸਗਲੀ ਕੀਤ। ਚਿਤ ਨ ਆਇਓ ਪਾਰ ਬ੍ਰਹਮ, ਤਾਂ ਖੜ ਰਸਾਤਲ ਦੀਤ। ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ। ਮਿਰਤ ਨ ਆਵੀ ਚੀਤ ਤਿਸ, ਅਹਨਿਸ ਭੋਗੈ ਭੋਗ। ਸਭ ਕਿਛ ਕੀਤੋਨ ਆਪਣਾ, ਜੀ ਨਾ ਸੰਕ ਧਰਿਆ। ਚਿਤ ਨ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਪਰਿਆ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੈ ਸਾਧੂ ਸੰਗ। ਜਿਉ ਜਿਉ ਉਹ ਵਧਾਈਐ, ਤਿਉ ਤਿਉ ਹਰਸਿਉ ਰੰਗ। ਦੋਹਾਂ ਸਿਰਿਆ ਕਾ ਖਸਮ ਆਪ, ਅਵਰ ਨ ਦੂਜਾ ਥਾਉ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਦੋਹਾਂ ਸਿਰਿਆ ਕਾ ਖਸਮ ਆਪ, ਅਵਰ ਨ ਦੂਜਾ ਥਾਉ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਪਾਵਨ ਸ਼ਬਦ ਸ਼੍ਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 70 71 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ। ਸਿੰਘ ਸਾਹਿਬ ਜੀ ਦਾ ਅੱਜ ਇੱਕ ਦਿਨ ਦਾ ਸਮਾਂ ਹੈ, ਸੋ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ।
मैं नाही कछो नहीं, किछ आहे न मोरा। अवसर लज्जा राख ले हो, सदना जन तोरा। जागत जो सतगुरु धन श्री गुरु ग्रंथ साहिब पातशाह जी की पावन हजूरी में 8वें गुरु नानक पातशाह की जोत नाल प्रकाशित धन गुरु हरकृष्ण साहिब महाराज के पावन अस्थान गुरुद्वारा बंगला साहिब विखे हाज़रियां भर रहे अते दूर दुराडे देश विदेश विच इस सत्संग नूं श्रवण कर रहे समूह गुरमुख प्यारे सत्संगी जनों, कलगीधर पातशाह हजूर की बख्शिश की गुरफतेह सांझी करिए जी। वाहिगुरु जी का खालसा, वाहिगुरु जी की फतेह। अमृत वेले दे दीवान विच रोज़ाना की मर्यादा अनुसार गुरबाणी कीर्तन उपरंत धन गुरु ग्रंथ साहिब महाराज जी की चल रही लड़ीवार शब्द विचार अज जो पावन बचन सानू बख्शिश होया, पंचम गुरुदेव धन श्री गुरु अर्जन देव जी महाराज के पावन मुखार बिंद तो उचारण होया अते उन्हां द्वारा ही श्री गुरु ग्रंथ साहिब विच श्री राग अंदर संग्रहित है। गुरु प्यारिओ, इस पावन शब्द दे विच दातार पातशाह ने सानू साडे जीवन दे सिरजनहार, प्रतिपालक, रक्षक, सहायक, करता हरता, अनंत गुणां दे मालक वाहिगुरु जी की महिमा का बोध करवाया। ते इस महिमा का बोध करवाउण पिछे जो भावना है साहिब जी की, उसनूं जे इस शब्द राही विचारीए तो ये स्पष्ट होंदा है कि महाराज सानू प्रेरणा दिंदे है कि जिस वाहिगुरु जी की महिमा की मैं तुहाडे नाल चर्चा कर रहा, ये करता पुरख वाहिगुरु जी की महिमा नाल अपनियां सुरतियां बिरतियां नूं, अपने चेते नूं जोड़न का यतन करिया करो भलिओ। इहदे विचों तुहाडे जीवन दे लंघ रहे समय विच तुहानूं जिस तरह के सुख आनंद की, जिस तरह के अंदरूनी टिकाऊ की, अडोलता की लोड़ महसूस होंदी है, उहदी प्राप्ति होएगी। गुरुदेव ने साडे मनुख कहाउण वालियां दे जीवन की सच की तस्वीर भी स्पष्ट की है। साहब कहंदे इस कोई शक नहीं कि ये जीवन निता प्रता दियां अणगिणत दुश्वारियां, औकड़ां नाल, रुकावटां नाल, चिंतावां नाल भरिया। बहुत कुछ साडे आले दुआले इहो जिहा वापरदा है जिहड़ा सानू चिंतातुर करदा है। सहम दे विच, डर दी अवस्था विच लै जांदा, बेचैन अशांत हो जाने आ। उहदे लई बहुत बारी असीं आप ही जिम्मेवार भी होने आ। बहुती बारी आले दुआले दे हालात इस तरह की दुश्वारियां भरी, औकड़ां भरी अवस्था बना दिंदे ने ते बंदा अपने जीवन तो ही आवाज़ार हो जाता लगता। सानू लगता कुछ नहीं पिया जीवन दे विच, इहो जिहे जीवन दे की पिया है जीवन जोगा। महाराज कहंदे हैगा ये सारा कुछ सच है तुहाडे जीवन का, पर तुसीं चाहुंदे ते नहीं कि इस तरह होवे। तुसीं इहो जिहियां औकड़ां तो तुहानूं बेचैन करन वाले हालात,
ਡਰ ਸਹਿਮ ਵਿੱਚ ਲੈ ਕੇ ਜਾਣ ਵਾਲੇ ਹਾਲਾਤ, ਇਹਨਾਂ ਤੋਂ ਛੁਟਕਾਰਾ ਚਾਹੁੰਦੇ ਹੋ। ਆਪਣੀਆਂ ਅਕਲਾਂ ਦੇ ਘੋੜੇ ਵੀ ਦੌੜਾਉਂਦੇ ਹੋ, ਆਪਣੀ ਸਮਰੱਥਾ ਅਨੁਸਾਰ ਯਤਨਸ਼ੀਲ ਵੀ ਹੁੰਦੇ ਹੋ। ਲੇਕਿਨ ਗੁਰੂਦੇਵ ਕਹਿੰਦੇ ਬਹੁਤੀ ਵਾਰੀ ਤੁਹਾਨੂੰ ਨਿਰਾਸ਼ਾ ਹੀ ਪੱਲੇ ਪੈਂਦੀ ਹੈ, ਉਦਾਸ ਹੁੰਦੇ ਹੋ, ਮਨ ਚਿੰਦੇ ਫਲ ਨਹੀਂ ਪ੍ਰਾਪਤ ਹੁੰਦੇ, ਨਤੀਜੇ ਜੀਵਨ ਵਿੱਚ ਉੱਦਾਂ ਦੇ ਸੁਖਾਵੇਂ ਜਿੱਦਾਂ ਦੇ ਤੁਸੀਂ ਚਾਹੁੰਦੇ ਹੋ ਨਹੀਂ ਮਿਲਦੇ। ਗੁਰੂਦੇਵ ਸਾਨੂੰ ਇਸ ਪਾਵਨ ਬਚਨ ਰਾਹੀਂ ਉਹ ਢੰਗ, ਉਹ ਜੁਗਤ, ਉਹ ਤਰੀਕਾ ਸਿਖਾਉਂਦੇ ਨੇ ਜਿਹਦੇ ਨਾਲ ਸਾਡੇ ਲੰਘ ਰਹੇ ਜੀਵਨ ਦੇ ਸਮੇਂ ਵਿੱਚ ਭਾਵੇਂ ਕਿੰਨੀਆਂ ਵੀ ਔਕੜਾਂ ਦੁਸ਼ਵਾਰੀਆਂ ਆਉਣ, ਅਣਸੁਖਾਵੇਂ ਹਾਲਾਤ ਬਣਨ, ਪਰ ਫਿਰ ਵੀ ਮਨੋ ਅਵਸਥਾ ਕਰਕੇ ਅਸੀਂ ਕਿਵੇਂ ਆਨੰਦ ਵਿੱਚ ਰਹਿ ਸਕਦੇ ਹਾਂ, ਕਿਵੇਂ ਜੀਵਨ ਦੇ ਵਿੱਚ ਸ਼ਿਕਵਿਆਂ ਤੋਂ ਚੱਲ ਕੇ ਸ਼ੁਕਰਾਨੇ ਤੱਕ ਪਹੁੰਚ ਸਕਦੇ ਹਾਂ। ਇਸ ਤਰ੍ਹਾਂ ਦੀ ਜਿਹੜੀ ਦੂਰਅੰਦੇਸ਼ੀ ਵਾਲੀ ਮਨੋ ਅਵਸਥਾ ਹੈ, ਜਿਹਦੇ 'ਤੇ ਮਾਣ ਕੀਤਾ ਜਾ ਸਕੇ, ਜਿਹਦੇ ਵਿੱਚੋਂ ਰਸ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕੇ, ਉਸ ਅਵਸਥਾ ਦੀ ਪ੍ਰਾਪਤੀ ਦੀ ਜੁਗਤ ਵੱਲ ਅੱਜ ਸਾਡਾ ਧਿਆਨ ਦਿਵਾਉਂਦੇ ਨੇ ਇਸ ਸ਼ਬਦ ਰਾਹੀਂ। ਲੰਬਾ ਸ਼ਬਦ ਹੈ, ਦੋ ਹਿੱਸੇ ਕੀਤੇ ਨੇ ਮਹਾਰਾਜ ਨੇ, ਦੋ ਪੱਖ ਬਿਆਨ ਕੀਤੇ ਨੇ ਇਸ ਸ਼ਬਦ ਵਿੱਚ। ਇੱਕ ਉਹ ਪੱਖ ਹੈ ਜਿਹੜਾ ਸਾਨੂੰ ਜੀਵਨ ਦੀਆਂ ਔਕੜਾਂ ਵਿੱਚੋਂ, ਅਣਸੁਖਾਵੀਂ ਹਾਲਤ ਵਿੱਚੋਂ ਨਿਜਾਤ ਦਿਵਾ ਕੇ ਆਨੰਦ, ਸੁੱਖ ਦੀ, ਤ੍ਰਿਪਤੀ ਦੀ ਅਵਸਥਾ ਵਿੱਚ ਲਿਜਾਂਦਾ। ਇੱਕ ਉਹ ਪੱਖ ਹੈ ਜਿਹਦੇ ਵਿੱਚ ਭਾਵੇਂ ਸਾਨੂੰ ਸੰਸਾਰਕ ਤੌਰ 'ਤੇ ਹਰ ਤਰ੍ਹਾਂ ਦੇ ਸੁੱਖ ਸਾਧਨ ਵੀ ਮਿਲ ਜਾਣ, ਮਾਣ ਤਾਣ, ਵੱਡੀਆਂ ਪਦਵੀਆਂ, ਰਾਜਿਆਂ ਬਾਦਸ਼ਾਹਾਂ ਵਾਲੀਆਂ ਕੁਰਸੀਆਂ ਪਦਵੀਆਂ ਵੀ ਮਿਲ ਜਾਣ, ਹੋਰ ਵੀ ਜੋ ਕੁਛ ਚਿਤਵਿਆ ਜਾ ਸਕਦਾ ਹੈ ਸੁਖਦਾਈ, ਉਹ ਸਾਰਾ ਕੁਛ ਮਿਲ ਜਾਵੇ, ਪਰ ਉਹਦੇ ਬਾਵਜੂਦ ਵੀ ਮਨੁੱਖ ਚਿੰਤਾਵਾਂ ਤੋਂ, ਦੁੱਖਾਂ ਤੋਂ, ਬੇਚੈਨੀ ਤੋਂ, ਭਟਕਣਾ ਤੋਂ ਛੁਟਕਾਰਾ ਨਹੀਂ ਪਾ ਸਕਦਾ। ਉਹਦਾ ਕਾਰਨ ਉਹ ਵੀ ਬਿਆਨ ਕੀਤਾ ਇਸ ਸ਼ਬਦ ਵਿੱਚ। ਮਹਾਰਾਜ ਨੇ ਸਾਡੇ ਸਵਾਸਾਂ ਦੇ ਭਲੇ ਵਾਸਤੇ ਦੋਨੋਂ ਹੀ ਪੱਖ ਰੱਖੇ ਨੇ ਤੇ ਨਾਲ ਹੀ ਪ੍ਰੇਰਨਾ ਦਿੱਤੀ ਹੈ, ਮੇਰੇ ਕੋਲ ਚੱਲ ਕੇ ਆਉਣ ਵਾਲਿਓ, ਸਿੱਖ ਸੇਵਕ ਕਹਾਉਣ ਵਾਲਿਓ, ਜੇ ਦੁਨੀਆ ਦੀ ਨਾ ਸਮਝੀਆਂ ਵਾਲੀ ਭੀੜ 'ਚੋਂ ਨਿਕਲ ਕੇ ਠੁਕਰਾਂ ਖਾਂਦੇ ਇਸ ਸੰਸਾਰ ਦੇ ਕੜਮਾਸ ਵਿੱਚੋਂ ਨਿਕਲ ਕੇ ਆ ਗਏ ਹੋ ਤੇ ਸੱਚੀ ਮੁੱਚੀ ਸੁੱਖ ਆਨੰਦ ਲੈਣ ਵਾਸਤੇ ਇਹ ਇੱਛਾ ਲੈ ਕੇ ਆਏ ਹੋ, ਝੋਲੀ ਅੱਡ ਰਹੇ ਹੋ, ਤਾਂ ਫਿਰ ਇਹਨਾਂ ਬਚਨਾਂ ਵੱਲ ਮਹਾਰਾਜ ਕਹਿੰਦੇ ਧਿਆਨ ਦੇਣਾ, ਸੁਰਤੀ ਦੀ ਇਕਾਗਰਤਾ ਨਾਲ, ਮਨ ਦੇ ਪਿਆਰ ਨਾਲ, ਅੰਦਰ ਦੀ ਸ਼ਰਧਾ ਨਾਲ ਧੰਨ ਗੁਰੂ ਦੇ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਇਸ ਅੰਮ੍ਰਿਤ ਬਚਨ ਨੂੰ ਸਮਝਣ ਦੀ, ਵਿਚਾਰਨ ਦੀ ਗੁਰੂ ਕੋਲੋਂ ਬੁੱਧੀ ਮੰਗ ਕੇ ਆਰੰਭ ਕਰੀਏ। ਸਹਿਬ ਫਰਮਾਨ ਕਰਦੇ ਰਹਾਉ ਦੀ ਪੰਕਤੀ ਵਿੱਚ, ਸਾਹਿਬ ਨਿਤਾਣਿਆਂ ਕਾ ਤਾਣ। ਭਾਈ ਉਹ ਸਾਹਿਬ, ਉਹ ਮਾਲਕ ਜਿਸ ਨੂੰ ਅਸੀਂ ਅਨੰਤ ਅਨੰਤ ਨਾਮਾਂ ਨਾਲ ਯਾਦ ਕਰਦੇ, ਕਰਤਾ ਪੁਰਖ ਵਾਹਿਗੁਰੂ, ਉਹ ਰੱਬੀ ਮਹਾ ਸ਼ਕਤੀ, ਪਰਮ ਸ਼ਕਤੀ, ਪਰਮ ਆਤਮਾ ਦਾਤਾਰ ਜੀ ਕਹਿੰਦੇ ਉਸ ਦਾ ਅੱਜ ਮੈਂ ਜਿਹੜਾ ਤੁਹਾਨੂੰ ਗੁਣ ਸਮਝਾਉਣਾ ਚਾਹੁੰਦਾ, ਜਿਸ ਗੁਣ ਵੱਲ, ਜਿਸ ਉਸ ਦੀ ਮਹਾ ਬਖਸ਼ਿਸ਼ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ, ਉਹ ਇਹ ਕਿ ਜਿਹੜੇ ਇਸ ਸੰਸਾਰ ਵਿੱਚ ਕਮਜ਼ੋਰ, ਰੁਲੇ ਖੁਲੇ ਨਿਤਾਣਿਆਂ ਵਾਂਗ ਤੁਰੇ ਫਿਰਦੇ, ਜਿਨ੍ਹਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ, ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਤੇ ਕੋਈ ਵੀ ਨਹੀਂ ਹੈ, ਇਸ ਸੰਸਾਰ ਵਿੱਚ ਸਾਡੇ ਲਈ ਕੋਈ ਆਨੰਦ ਦਾ, ਖੁਸ਼ੀ ਦਾ ਸਹਾਰਾ ਬਣਨ ਵਾਲਾ ਨਹੀਂ। ਮਹਾਰਾਜ ਕਹਿੰਦੇ ਆਪਣੇ ਮਨ ਵਿੱਚ ਇਹ ਨਿਸ਼ਚਾ ਬਣਾਓ ਕਿ ਕਮਜ਼ੋਰਾਂ ਦਾ, ਨਿਰਬਲਾਂ ਦਾ, ਨਿਤਾਣਿਆਂ ਦਾ ਉਹ ਤਾਣ ਹੈ, ਉਹ ਆਸਰਾ ਬਣਦਾ ਹੈ। ਜੇ ਤੁਹਾਨੂੰ ਉਸ ਵਾਹਿਗੁਰੂ ਜੀ ਨਾਲ, ਪਰਮ ਸ਼ਕਤੀ ਨਾਲ, ਸਰਬ ਵਿਆਪਕ ਜੋਤ ਨਾਲ ਪਿਆਰ ਸਾਂਝ ਪਾਉਣੀ ਆ ਜਾਏ ਤਾਂ ਨਿਸ਼ਚਾ ਕਰਕੇ ਜਾਣਿਓ ਕਮਜ਼ੋਰ ਨਹੀਂ ਰਹਿੰਦੇ, ਨਿਰਬਲ ਨਹੀਂ ਰਹਿੰਦੇ,
ਵੱਡੇ ਤੋਂ ਵੱਡਾ ਵਿਘਨ ਵੀ ਤੁਹਾਡੀ ਨਿਰਬਲਤਾ ਦੇ ਹੁੰਦਿਆਂ ਵੀ ਤੁਹਾਡੇ ਉੱਤੇ ਹਾਵੀ ਨਹੀਂ ਹੋ ਸਕਦਾ, ਤੁਹਾਨੂੰ ਦੁਖੀ ਚਿੰਤਾਤੁਰ ਨਹੀਂ ਕਰ ਸਕਦਾ, ਕਿਉਂਕਿ ਜਿਸ ਮਹਾਸ਼ਕਤੀ ਮਹਾਪਰਮ ਪਿਤਾ ਪਰਮਾਤਮਾ ਨਾਲ ਤੁਹਾਡੀ ਪਿਆਰ ਸਾਂਝ ਬਣ ਜਾਏ, ਉਹਦੇ ਨਾਲ ਰਿਸ਼ਤਾ ਬਣ ਜਾਏ, ਤੇ ਉਹਦਾ ਜਿਹੜਾ ਮਹਾਬਲ ਹੈ, ਉਹਦੀ ਜਿਹੜੀ ਮਹਾਸ਼ਕਤੀ ਹੈ, ਉਹ ਤੁਹਾਡੇ ਵਿੱਚ ਪ੍ਰਵੇਸ਼ ਕਰਕੇ ਤੁਹਾਡੇ ਜੀਵਨ ਵਿੱਚ ਦੁਸ਼ਵਾਰੀਆਂ ਵਿੱਚੋਂ ਪੈਦਾ ਹੋਣ ਵਾਲੀਆਂ ਚਿੰਤਾਵਾਂ ਤੋਂ, ਡਰ ਤੋਂ, ਸਹਿਮ ਤੋਂ ਤੁਹਾਨੂੰ ਛੁਟਕਾਰਾ ਦਿਵਾ ਕੇ ਮਹਾ ਆਨੰਦ ਵਿੱਚ ਲੈ ਕੇ ਜਾਏ। ਇਹ ਸੱਚ ਨੂੰ ਮਹਾਰਾਜ ਕਹਿੰਦੇ ਦ੍ਰਿੜ ਕਰੋ ਮੇਰੇ ਕੋਲ ਬੈਠ ਕੇ, ਔਰ ਇਸ ਨੂੰ ਆਪਣੇ ਚੇਤੇ ਵਿੱਚ ਵਸਾ ਲਓ ਹਮੇਸ਼ਾ ਵਾਸਤੇ ਕਿ ਸਾਹਿਬ ਨਿਤਾਣਿਆਂ ਕਾ ਤਾਣ। ਕਦੀ ਆਪਣੇ ਆਪ ਨੂੰ ਨਿਤਾਣੇ ਨਹੀਂ ਸਮਝੋਗੇ ਤੁਸੀਂ, ਜੇ ਉਸ ਨਿਤਾਣਿਆਂ ਦੇ ਤਾਣ ਕਰਤਾ ਪੁਰਖ ਵਾਹਿਗੁਰੂ ਸਾਹਿਬ ਨਾਲ ਤੁਹਾਨੂੰ ਪਿਆਰ ਵਾਲਾ ਰਿਸ਼ਤਾ ਸਾਂਝ ਬਣਾਉਣੀ ਆ ਜਾਏ, ਜੇ ਉਹਦੇ ਨਾਲ ਗੱਲਾਂ ਕਰਨੀਆਂ ਆ ਜਾਣ, ਉਹਨੂੰ ਆਪਣੇ ਅੰਗ ਸੰਗ ਸਮਝਣਾ ਆ ਜਾਏ, ਹਰ ਵੇਲੇ ਹਾਜ਼ਰ ਹਜ਼ੂਰ ਜ਼ਾਹਿਰਾ ਜ਼ਹੂਰ, ਤੇ ਆਪਣੇ ਨਾਲ ਰੱਖਿਅਕ ਸਹਾਇਕ ਦੇ ਤੌਰ ਤੇ ਚੱਲਦੇ ਰਹਿਣ ਦਾ, ਵਿਚਰਦੇ ਰਹਿਣ ਦਾ ਭਰੋਸਾ ਵੱਜ ਜਾਏ ਨਾ, ਗੁਰੂਦੇਵ ਕਹਿੰਦੇ ਨਿਸ਼ਚਾ ਕਰਕੇ ਜਾਣਿਓ ਕਦੀ ਦੁਖੀ ਚਿੰਤਾਤੁਰ ਨਹੀਂ ਹੋਵੋਗੇ। ਇਹਦਾ ਵਿਸਥਾਰ ਮਹਾਰਾਜ ਦੱਸਦੇ ਹੈ। ਨਾਲ ਹੀ ਕਹਿੰਦੇ ਵੀ ਇਹਦੇ ਨਾਲ ਜੁੜਨਾ ਕਿਵੇਂ ਹੈ। ਇਹ ਕਰਤਾ ਪੁਰਖ ਵਾਹਿਗੁਰੂ ਜਿਹੜਾ ਅਦ੍ਰਿਸ਼ਟ ਹੈ, ਸਾਹਮਣੇ ਕੋਈ ਅੱਖ ਕੰਨ ਨੱਕ ਮੂੰਹ ਵਾਲਾ, ਕੋਈ ਸਥੂਲ ਸਰੀਰ ਵਾਲਾ ਨਹੀਂ ਹੈ। ਕਰਤਾ ਪੁਰਖ ਵਾਹਿਗੁਰੂ ਉਹ ਤੇ ਇੱਕ ਪਰਮ ਸ਼ਕਤੀ ਹੈ, ਸਰਬ ਵਿਆਪਕ ਜੋਤ ਹੈ। ਉਸ ਦੇ ਨਾਲ ਜੁੜਨਾ ਕਿਵੇਂ? ਅਸੀਂ ਸਥੂਲ ਸਰੀਰਾਂ ਵਿੱਚ ਵਿਚਰਨ ਵਾਲੇ, ਸਥੂਲ ਸਰੀਰਾਂ ਨਾਲ ਹੀ, ਇਹ ਸਥੂਲ ਦਿਸਦੇ ਸੰਸਾਰ ਨਾਲ ਹੀ ਰਿਸ਼ਤਾ ਬਣਾਉਣ ਦੇ ਆਦੀ ਆ। ਸਾਨੂੰ ਪਤਾ ਹੀ ਇੰਨਾ ਕੁ ਹੈ, ਸਾਨੂੰ ਜਾਚ ਹੀ ਇੰਨੀ ਕੁ ਆਉਂਦੀ ਹੈ। ਪਰ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਉਹ ਜਾਚ ਸਿਖਾਉਣ ਦੀ ਰਮਜ਼ ਸਮਝਾ ਦੇਣਾ, ਤੇ ਉਹ ਭੇਦ ਇਹ ਹੈ, ਇਹ ਰਮਜ਼ ਇਹ ਹੈ, ਉਸ ਅਦ੍ਰਿਸ਼ਟ ਅਗੋਚਰ ਪਰਮ ਸ਼ਕਤੀ ਨਾਲ ਪਿਆਰ ਦਾ ਰਿਸ਼ਤਾ ਬਣਾਉਣ ਦਾ। ਦਾਤਾਰ ਜੀ ਵਚਨ ਕਰਦੇ, ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਇੱਕ ਗੱਲ ਯਾਦ ਰੱਖਿਓ, ਇਹ ਸੰਸਾਰ ਦੇ ਸਹਾਰੇ ਜਿਹੜੇ ਲੱਭਦੇ ਹੋ ਆਪਣੇ ਸੁੱਖ ਆਨੰਦ ਵਾਸਤੇ, ਚਿੰਤਾਵਾਂ ਔਕੜਾਂ ਦੂਰ ਕਰਨ ਵਾਸਤੇ, ਇਹ ਸਦੀਵੀ ਨਹੀਂ ਹੁੰਦੇ। ਨਾ ਤੁਸੀਂ ਸਦੀਵੀ ਹੋ, ਤੁਸੀਂ ਕੱਲ ਨਹੀਂ ਸੀ ਅੱਜ ਹੈਗੇ ਹੋ, ਕੱਲ ਨਹੀਂ ਹੋਵੋਗੇ। ਤੁਹਾਡੇ ਸਹਾਰੇ ਵੀ ਜਿਹੜੇ ਤੁਸੀਂ ਲੱਭੇ ਆ ਅੱਜ ਤੱਕ, ਉਹ ਵੀ ਨਾਸ਼ ਹੋਣ ਵਾਲੇ ਹੈ। ਪਰ ਜਿਸ ਸਹਾਰੇ ਨਾਲ, ਜਿਸ ਦਾ ਆਸਰਾ ਲੈਣ ਦੀ ਮੈਂ ਤੁਹਾਡੇ ਨਾਲ ਮਹਾਰਾਜ ਕਹਿੰਦੇ ਚਰਚਾ ਕਰ ਰਿਹਾ, ਉਹ ਆਏ ਨਾ ਜਾਈ ਥਿਰ ਸਦਾ। ਉਹ ਸਦਾ ਰਹਿਣ ਵਾਲਾ ਹੈ, ਨਾ ਉਹ ਆਉਂਦਾ ਹੈ ਨਾ ਉਹ ਜਾਂਦਾ ਹੈ, ਉਹ ਤੇ ਅਬਿਨਾਸ਼ੀ ਹੈ। ਇਸ ਦਿਸਦੇ ਸੰਸਾਰ ਤੋਂ ਪਹਿਲਾਂ ਵੀ ਉਹ ਮਹਾਸ਼ਕਤੀ ਸੀ। ਉਹ ਇਸ ਸੰਸਾਰ ਨੂੰ, ਇਸ ਦਿਸਦੇ ਅਣਦਿਸਦੇ ਪਸਾਰੇ ਨੂੰ ਰਚਣ ਵਾਲਾ ਵੀ ਉਹ, ਤੇ ਉਹਦੀ ਮੌਜ ਵਿੱਚ ਜਦੋਂ ਚਾਹੇ ਉਹ ਇਸ ਦਿਸਦੇ ਅਣਦਿਸਦੇ ਪਸਾਰੇ ਨੂੰ ਆਪਣੇ ਵਿੱਚ ਸਮੇਟ ਵੀ ਸਕਦਾ ਹੈ, ਸਮੇਟ ਲੈਂਦਾ ਹੈ। ਪਰ ਫਿਰ ਉਹ ਜੋਤ ਸਦਾ ਸਥਿਰ ਰਹਿਣ ਵਾਲੀ ਹੈ। ਜਬ ਆਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ। जब उदकर्ख करा करतारा प्रजा धरत तब देह अपारा। जब आकर्ख करत हो कबहू तुम मैं मिलत देह धर सब हूँ। ਸਮਾ ਲੈਂਦੇ ਤੁਸੀਂ ਆਪਣੇ ਆਪ ਵਿੱਚ, ਪਰ ਤੁਹਾਡੀ ਜੋਤ ਕਾਇਮ ਰਹਿੰਦੀ। ਆਏ ਨਾ ਜਾਈ ਥਿਰ ਸਦਾ, ਉਸ ਅਬਨਾਸ਼ੀ ਅਦ੍ਰਿਸ਼ਟ ਮਹਾਸ਼ਕਤੀ ਨਾਲ ਸਾਂਝ ਕਿਵੇਂ ਪੈਣੀ? ਉਹ ਸਦਾ ਸੱਚ ਰਹਿਣ ਵਾਲਾ, ਸਦੀਵੀ ਹੋਂਦ ਵਾਲਾ ਵਾਹਿਗੁਰੂ, ਉਹਦੇ ਨਾਲ ਕਿਵੇਂ ਜਾਣ ਪਛਾਣ ਪਾਈ ਜਾਏ? ਗੁਰ ਸ਼ਬਦੀ ਸੱਚ ਜਾਣ। ਗੁਰੂ ਦੇ ਸ਼ਬਦ ਦੁਆਰਾ ਮਹਾਰਾਜ ਕਹਿੰਦੇ ਜਦੋਂ ਤੁਸੀਂ ਇਸ ਗੁਰੂ ਦੇ ਸ਼ਬਦ ਨੂੰ ਲਗਾਤਾਰ ਅੰਦਰ ਦੇ ਪਿਆਰ ਨਾਲ, ਧਿਆਨ ਨਾਲ, ਇਕਾਗਰਤਾ ਨਾਲ ਪੜ੍ਹੋਗੇ, ਸੁਣੋਗੇ, ਗਾਓਗੇ, ਵਿਚਾਰੋਗੇ, ਤਾਂ ਤੁਹਾਡੇ ਅੰਦਰ ਉਹ ਮਹਾ ਸੂਝ, ਮਹਾ ਬੂਝ, ਮਹਾ ਗਿਆਨ ਪ੍ਰਵੇਸ਼ ਕਰ ਜਾਏਗਾ, ਜਿਹਦੇ ਰਾਹੀਂ ਤੁਹਾਨੂੰ ਕਰਤਾ ਪੁਰਖ ਵਾਹਿਗੁਰੂ ਜੀ ਨਾਲ ਗੱਲਾਂ ਕਰਨੀਆਂ ਆ ਜਾਣਗੀਆਂ।
उस वाहिगुरू जी की नेड़ता का बोध तुहानूं हो जाएगा तो उस वाहिगुरू जी नूं अपने अंदर अपने बाहर आस पास देखण दी दर्शन करन दी ते उहदे नाल प्यार भरिया रिश्ता बनाउण दी जुगत दृढ़ हो जाएगी। हुण महाराज विस्तार दिंदे ने कि जदों गुरु दे शब्द नाल जुड़ के जे तुहानूं वाहिगुरू जी दे नाल इस तरह का लिवलीनता वाला रिश्ता बनाउणा आ जाए तो गुरुदेव कहंदे याद रखियो वड्डी तो वड्डी जीवन की दुश्वारी जी वड्डे तो वड्डी औकड़ वड्डे तो वड्डा अणसुखावां कोई भी घटनाक्रम हालात जीवन विच आ भी जाण तुहाडा आनंद नहीं गवाचेगा, तुहाडा सुख नहीं गवाचेगा। इनू तुसीं करामात कह लो, इनू तुसीं रिद्धि सिद्धि कह लो, इसनू तुसीं किसी होर महाशक्ति दे महाकौतुक का नाम दे लो, पर सच ये है कि तुहाडे अंदर एक इस तरह की महाराज कहंदे मनो अवस्था बन जाती, तुहाडी आत्मा तुहाडी रूह तुहाडा हिरदा तुहाडी समझ इन्नी बलवान हो जाती है कि दुनिया सारी रल के तुहानूं दुखी करना चाहे महाराज कहंदे नहीं। संसारिक तौर पर तुहाडे कोल कुछ भी ना होवे, जिहड़े सुख पदार्थां विचों मान ताण विचों पदवियां चों लभदे हो तुसीं वो भी ना होण, पर निश्चय करके जाणिओ आनंद फिर भी होएगा। उहदा जिक्र करदे जाको मुश्किल अत बने ढोई कोई ना दे। साहब कहंदे जे किसी मनुख की इस तरह की हालत बन जाए कि अत औकड़ा उहदे जीवन विच आ जाण, वड्डियां तो वड्डियां दुखदाई घटनावां उहदे जीवन विच वापर जाण ते इहो जिही औकड़ा भरी हालत विच ढोई कोई ना दे, उन्होंने कोई भी आसरा ना देवे, कोई भी अपने नेड़े ना लगन देवे। लागू होए दुश्मना साख पे भज खले, दुश्मन हावी हो जान, तुहानूं तंग करन वालियां तुहानूं दुखी करन वालियां इस तरह दीयां बहुत सारियां घटनावां किसी दे राही इस संसार दे माड़े लोकां राही ते भावें अंदर दीयां विकारी बिरतियां राही। महाराज कहंदे अंदर भी तुहाडे विकारी बिरतियां जड़ियां ने भी ते तुहाडीआं दुश्मन ही नहीं ना, तुहानूं उजड़े पाउंदियां ने, तुहाडे कोलों माड़े काम कराउंदियां ने ते वो माड़े नतीजिਆਂ दा भागी बन जाने हो तुसीं। वो अंदर जड़ियां विकारी बिरतियां ने ना वो भी ते तुहाडीआं दुश्मन है। महाराज ने बाणी च जिक्र कीता है कि ये पंज जड़े ने अवर पंच हम एक जना क्यों राखों घर बार मना, मारें लूटें नीत नीत किस आग्या करी पुकार जना। अंदर दा सुख ये विकारी बिरतियां लुटदियां ने। लागू होए दुश्मना साख भे भज खले, ओहो जियां चिंतातुर अवस्थावां दे विच हालात विच तुहाडे अपने कहे जाण वाले रिश्तेदार भी तुहाडा साथ छड्ड के भज जाण। सबो भज्जा आसरा चूकै सब असराओ, जदों सारे आसरे मुक जाण टुट जाण तुसीं इन्हां सारियां दुनियावी आसरियां नालों, चूकै सब असराओ, असराओ दा मतलब सहारा, जदों कोई उस वेले तुहाडा सहारा ना बनदा नज़र आवे, चित आवे उस पार ब्रह्म लगे ना तत्ती वाओ। साहब कहंदे सच करके जाणिओ, मैं अपने जीवन का अनुभव महाराज कहते तुहानूं दस रहा, जे इहो जिहियां अत चिंतातुर करन वालियां दुखी करन वालियां अवस्थावां बन जाण जीवन विच, कोई तुहाडा इहो जे दुखदाई हालातां विच साथ देण वाला ना होवे, जे उस वेले करता पुरख वाहिगुरू जी नूं अपना साथी बना सको तुसीं, उस वाहिगुरू जी नूं अपने अंदर याद करके उहदे नाल प्यार दा रिश्ता बना के उहनूं पुकारना सिख लओ, तो महाराज कहंदे सच करके जाणिओ तत्ती वाह नहीं लगेगी तुहानूं। कोई दुख तुहानूं दुखी नहीं कर सकेगा, कोई वड्डे तो वड्डा डर सहम
ਤੁਹਾਨੂੰ ਡਰਾ ਨਹੀਂ ਸਕੇਗਾ, ਬੇਚੈਨ ਅਸ਼ਾਂਤ ਨਹੀਂ ਕਰ ਸਕੇਗਾ। ਇਹ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਆਪਣੇ ਜੀਵਨ ਦੇ ਅਨੁਭਵ ਨੇ। ਉਹਨਾਂ ਨਾਲ ਵਾਪਰੀਆਂ ਘਟਨਾਵਾਂ, ਇਹ ਸਾਰਾ ਕੁਝ ਵਾਪਰਿਆ। ਭਾਵੇਂ ਸਮੇਂ ਦੇ ਹਾਕਮਾਂ ਵੱਲੋਂ ਉਹਨਾਂ ਨੂੰ ਖਤਮ ਕਰਨ ਦੀਆਂ, ਗੁਰੂ ਘਰ ਨੂੰ ਖਤਮ ਕਰਨ ਦੀਆਂ ਕੁਝੀਆਂ ਚਾਲਾਂ ਸੀ। ਸੁਲਹੀ ਖਾਂ ਚੜ੍ਹ ਕੇ ਆ ਗਿਆ। ਆਪਣਿਆਂ ਨੇ ਆਖਿਆ ਕੋਈ ਉਪਾਅ ਕਰੀਏ, ਸੱਚੇ ਪਾਤਸ਼ਾਹ ਕੋਈ ਚਿੱਠੀ ਪੱਤਰ ਕਰੀਏ, ਕੋਈ ਹੋਰ ਕੁਝ ਢੰਗ ਲੱਭ ਲਈਏ, ਬੰਦੇ ਭੇਜ ਕੇ ਕੋਈ ਸੁਲਹ ਸਫਾਈ ਵਾਲੀ ਗੱਲ ਕਰ ਲਈਏ, ਨੁਕਸਾਨ ਨਾ ਹੋਵੇ। ਤੇ ਮਹਾਰਾਜ ਕਹਿੰਦੇ ਮੈਂ ਉਸ ਵੇਲੇ ਕੀ ਕੀਤਾ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਮੈਂ ਹੋਰ ਔੜ ਪੌੜ ਛੱਡੇ, ਮੈਂ ਕਰਤਾ ਪੁਰਖ ਵਾਹਿਗੁਰੂ ਜੀ ਤੁਹਾਨੂੰ ਧਿਆਉਣਾ ਸ਼ੁਰੂ ਕਰਤਾ, ਤੁਹਾਨੂੰ ਪੁਕਾਰਨਾ ਸ਼ੁਰੂ ਕਰਤਾ ਕਿ ਤੁਸੀਂ ਮੇਰੇ ਅੰਗ ਸੰਗ ਹੋ ਕੇ ਰੱਖਿਆ ਕਰੋ, ਆਸਰਾ ਬਣੋ ਮੇਰਾ। ਤੇ ਬਣ ਗਏ। ਵਾਹਿਗੁਰੂ ਜੀ ਨੇ ਐਸੀਆਂ ਵਿਧਾਂ ਬਣਾਈਆਂ। ਹੁਣ ਕੀ ਕਹੋਗੇ ਇਸ ਨੂੰ ਤੁਸੀਂ? ਇਹ ਕੌਤਕ ਸੀ, ਕਰਾਮਾਤ ਸੀ। ਕੋਈ ਹੋਰ ਇਸ ਨੂੰ ਕੀ ਨਾਮ ਦਿਓਗੇ? ਕਿ ਉਹੀ ਸੁਲੀ ਖਾਂ ਵੱਡੇ ਭਰਾ ਦੇ ਰਾਹੀਂ ਚੜ੍ਹ ਕੇ ਆਇਆ, ਜਿਹੜਾ ਮਾਰਨ ਵਾਸਤੇ ਗੁਰੂ ਸਾਹਿਬ ਨੂੰ, ਗੁਰੂ ਘਰ ਨੂੰ ਉਜਾੜਨ ਵਾਸਤੇ ਆਇਆ। ਉਹੀ ਸੁਲੀ ਖਾਂ ਰਸਤੇ ਵਿੱਚ ਆਉਂਦਾ ਆਉਂਦਾ ਫੌਜਾਂ ਲੈ ਕੇ ਪ੍ਰੀਤੀ ਚੰਦ ਦੇ ਹੀ ਪੱਠੇ 'ਤੇ ਘੋੜਾ ਤਿਰਪ ਗਿਆ ਅਤੇ ਉੱਥੇ ਡਿੱਗ ਕੇ ਤੇ ਮਰ ਗਿਆ, ਸੜ ਕੇ ਸੁਆਹ ਹੋ ਗਿਆ। ਅਤੇ ਗੁਰੂਦੇਵ ਕਹਿੰਦੇ ਵਾਹਿਗੁਰੂ ਇਹ ਹੈ ਤੁਹਾਡੀ ਬਖਸ਼ਿਸ਼, ਇਹ ਹੈ ਤੁਹਾਡਾ ਨਾ ਬਿਆਨੇ ਜਾ ਸਕਣ ਵਾਲਾ ਕੌਤਕ। ਇੱਦਾਂ ਰੱਖਿਆ ਕਰਦੇ ਹੋ ਤੁਸੀਂ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਖਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਪਾਤਸ਼ਾਹ ਕਿੱਡੀ ਵੱਡੀ ਬਖਸ਼ਿਸ਼ ਕੀਤੀ ਤੁਸੀਂ। ਮੈਂ ਤਾਂ ਪੁਕਾਰਿਆ ਸੀ ਤੁਹਾਨੂੰ ਕਿ ਤੁਸੀਂ ਰੱਖਿਆ ਕਰਨੀ ਹੈ, ਤੁਸੀਂ ਮੇਰਾ ਆਸਰਾ ਬਣਨਾ ਹੈ। ਅਤੇ ਕਿੱਦਾਂ ਤੁਸੀਂ ਮੇਰੀ ਪੁਕਾਰ ਸੁਣ ਲਈ, ਕਿੱਦਾਂ ਤੁਸੀਂ ਮੇਰੇ ਸਹਾਰੇ ਬਣ ਗਏ। ਇਹ ਦੁਸ਼ਮਣ ਬਣ ਕੇ ਜਿਹੜੇ ਚੜ੍ਹ ਕੇ ਆਏ ਸੀ, ਤੁਸੀਂ ਆਪ ਹੀ ਆਪਣੀ ਮਹਾਸ਼ਕਤੀ ਦੇ ਨਾਲ ਪਛਾੜ ਦਿੱਤੇ। ਸਾਹਿਬ ਕਹਿੰਦੇ ਇੱਦਾਂ ਵਾਪਰਦਾ ਜੀਵਨ ਦੇ ਵਿੱਚ। ਇਹ ਮੈਂ ਤੁਹਾਨੂੰ ਤਾਂ ਮਹਾਰਾਜ ਕਹਿੰਦੇ ਦੱਸ ਰਿਹਾ ਕਿ ਮੈਂ ਇਹ ਦੇਖ ਲਿਆ ਹੈ ਕੌਤਕ ਵਾਪਰਦਾ। ਤੁਹਾਡੇ ਜੀਵਨ ਵਿੱਚ ਵੀ ਇੱਦਾਂ ਹੀ ਵਾਪਰਨਗੇ ਕੌਤਕ। ਤੁਸੀਂ ਜੁੜ ਕੇ ਦੇਖੋ। ਚੇਤਾਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਕੋਈ ਦੁਖਦਾਈ ਨਤੀਜਾ ਤੁਹਾਡੇ ਜੀਵਨ ਵਿੱਚ ਬਾਕੀ ਨਹੀਂ ਰਹਿ ਜਾਏਗਾ। ਸਾਹਿਬ ਨਿਤਾਣਿਆਂ ਕਾ ਤਾਣ, ਉਹ ਵਾਹਿਗੁਰੂ ਕਮਜ਼ੋਰ ਨਿਰਬਲਾਂ ਦਾ ਤਾਣ ਹੈ। ਮਹਾਂ ਤਾਣ ਮਹਾਬਲ ਹੈ ਉਹਦਾ। ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ। ਉਹ ਸਦਾ ਹੀ ਵੀ ਸਦਾ ਰਹਿਣ ਵਾਲੇ ਮਹਾ ਸ਼ਕਤੀ ਦੇ ਮਾਲਕ ਸਾਹਿਬ ਦਾ ਗੁਰੂ ਦੇ ਸ਼ਬਦ ਰਾਹੀਂ ਤੁਸੀਂ ਜਾਣ ਪਛਾਣ ਵਾਲਾ ਰਿਸ਼ਤਾ ਆਪਣੇ ਅੰਦਰ ਬਣਾਓ। ਅੱਗੇ ਬਚਨ ਕਰਦੇ, ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ। ਭਾਈ ਦੁਬਲਾ ਕਹਿੰਦੇ ਨੇ ਕਮਜ਼ੋਰ ਨੂੰ। ਇੱਥੇ ਸਰੀਰਕ ਕਮਜ਼ੋਰੀ ਦੀ ਗੱਲ ਨਹੀਂ ਚੱਲਦੀ। ਜਿਹੜਾ ਪ੍ਰਸੰਗ ਦੇ ਵਿੱਚ ਮਹਾਰਾਜ ਬਚਨ ਕਰ ਰਹੇ ਨੇ, ਨੰਗ ਭੁੱਖ ਕੀ ਪੀਰ, ਜਿਹੜਾ ਆਰਥਿਕ ਤੌਰ 'ਤੇ ਕਮਜ਼ੋਰ ਹੋਵੇ, ਗਰੀਬ ਜਿਸ ਨੂੰ ਅਸੀਂ ਆਖਦੇ ਹਾਂ, ਜਿਸ ਨੂੰ ਰੋਟੀ ਕੱਪੜੇ ਦੀ ਪੀੜ ਹੀ ਹਮੇਸ਼ਾ ਪੀੜਿਤ ਕਰਦੀ ਰਹੇ, ਦੁਖੀ ਕਰਦੇ ਰਹੇ। ਮੇਰੇ ਕੋਲ ਤੇ 2 ਟਾਈਮ ਦੀ ਰੋਟੀ ਖਾਣ ਜੋਗੀ ਵੀ ਨਹੀਂ ਹੈ। ਮੇਰੇ ਕੋਲ ਤੇ ਪਾਉਣ ਨੂੰ, ਮੇਰੇ ਪਰਿਵਾਰ ਕੋਲ ਪਾਉਣ ਨੂੰ ਚੱਜ ਦਾ ਕੱਪੜਾ ਵੀ ਨਹੀਂ ਹੈ। ਸਿਰ ਲੁਕਾਉਣ ਨੂੰ ਕੋਈ ਆਸਰਾ ਨਹੀਂ। ਜਿਹੜਾ ਇਸ ਤਰ੍ਹਾਂ ਦੀਆਂ ਦੁਖਦਾਈ ਚਿੰਤਾਵਾਂ ਦੇ ਵਿੱਚ ਘਿਰਿਆ ਹੋਵੇ, ਜੇ ਕੋ ਹੋਵੇ ਦੁਬਲਾ, ਜਿਹੜਾ ਆਰਥਿਕ ਪੱਖੋਂ, ਪਦਾਰਥਾਂ ਦੇ ਪੱਖੋਂ ਇੰਨਾ ਕਮਜ਼ੋਰ ਹੋਵੇ ਕਿ ਉਸ ਨੂੰ ਨੰਗ ਭੁੱਖ ਦੀ ਪੀੜਾ ਹੀ ਹਮੇਸ਼ਾ ਤੰਗ ਕਰਦੀ ਰਹੇ। ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ। ਉਹਦੇ ਕੋਲ ਆਪਣੀਆਂ ਲੋੜਾਂ ਦੀ ਪੂਰਤੀ ਲਈ ਬਿਲਕੁਲ ਇੱਕ ਦਮੜਾ, ਇੱਕ ਪੈਸਾ ਵੀ ਨਾ ਹੋਵੇ। ਤੇ ਉਸ ਵੇਲੇ ਨਾ ਕੋ ਦੇਵੈ ਧੀਰ, ਇਹੋ ਜਿਹੀ ਆਰਥਿਕ ਕਮਜ਼ੋਰ ਹਾਲਤ ਵਿੱਚ ਕੋਈ ਉਸ ਨੂੰ ਧੀਰਜ ਦੇਣ ਵਾਲਾ ਵੀ ਨਾ ਹੋਵੇ। ਸਹਾਇਤਾ ਕਰਨੀ ਤੇ ਇੱਕ ਪਾਸੇ ਰਹੀ, 2 ਲਫ਼ਜ਼ ਧੀਰਜ ਦੇਣ ਵਾਲੇ ਵੀ ਕਿਸੇ ਕੋਲ ਨਾ ਹੋਣ। ਉਸ ਵੇਲੇ ਇਸ ਤਰ੍ਹਾਂ ਦੀ ਹਾਲਤ ਹੋਵੇ, ਮਹਾਰਾਜ ਕਹਿੰਦੇ ਸਵਾਰਥ ਸਵਾਉ ਨਾ ਕੋ ਕਰੇ। ਤੁਹਾਡੀਆਂ ਗਰਜ਼ਾਂ ਦੀ ਪੂਰਤੀ ਕਰਨ ਵਾਲਾ, ਤੁਹਾਡੇ ਮਨੋਰਥਾਂ ਦੀ ਪੂਰਤੀ ਕਰਨ ਵਾਲਾ ਵੀ ਕੋਈ ਨਾ ਹੋਵੇ। ਕੋਈ ਤੁਹਾਡੇ ਲਾਗੇ ਨਾ ਲੱਗੇ ਸਹਾਇਕ ਬਣ ਕੇ ਤੁਹਾਡੀ ਸਹਾਇਤਾ ਕਰਨ ਵਾਲਾ। ਨਾ ਕਿ ਹੋਵੇ ਕਾਜ
ਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਤੁਹਾਡੇ ਕੋਲੋਂ ਕੋਈ ਕੰਮ ਵੀ ਨਾ ਸਰੇ ਬਣੇ, ਕੋਈ ਇਹੋ ਜਿਹਾ ਰਸਤਾ ਵੀ ਨਾ ਤੁਹਾਨੂੰ ਆਪਣੀ ਲੋੜਾਂ ਦੀ ਪੂਰਤੀ ਵਾਲਾ ਸਾਧਨ ਲੱਭੇ, ਉਸ ਵੇਲੇ ਮਹਾਰਾਜ ਕਹਿੰਦੇ ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੈ ਰਾਜ। ਜੇ ਤੁਹਾਨੂੰ ਉਸ ਸਮੇਂ ਉਸ ਔਕੜਾਂ ਵਾਲੀ ਦੁਖਦਾਈ ਪੀੜਾ ਵਾਲੀ ਘੜੀ ਦੇ ਵਿੱਚ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਲ ਅਰਦਾਸ ਵਾਲੀ, ਜਾਚਕ ਵਾਲੀ, ਪੁਕਾਰਨ ਵਾਲੀ ਅੰਦਰ ਅਵਸਥਾ ਬਣ ਜਾਏ, ਤੁਹਾਨੂੰ ਵਾਹਿਗੁਰੂ ਜੀ ਨੂੰ ਧਿਆਉਣਾ ਆ ਜਾਏ, ਯਾਦ ਕਰਨਾ ਆ ਜਾਏ, ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ, ਤਾਂ ਇਹੋ ਜਿਹੀ ਹਾਲਤ ਵਿੱਚ ਮਹਾਰਾਜ ਕਹਿੰਦੇ ਜਿਹੜੀ ਤੁਹਾਡੀ ਮਨੋ ਅਵਸਥਾ ਬਣਦੀ ਹੈ ਨਾ, ਤੁਹਾਡੀ ਆਤਮਾ ਦੀ ਜੋ ਅਵਸਥਾ ਬਣਦੀ ਹੈ, ਤੁਹਾਡਾ ਸੋਚਣ ਢੰਗ, ਵਿਚਾਰਨ ਦਾ ਢੰਗ ਆਪਣੇ ਆਪ ਦੇ ਇਹਨਾਂ ਅਣਸੁਖਾਵੇਂ ਹਾਲਾਤਾਂ ਵਿੱਚੋਂ ਨਿਕਲਣ ਦੇ ਲਈ ਜਿਹੜੀ ਤੁਹਾਡੀ ਮਨੋ ਅਵਸਥਾ ਹੈ, ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੈ ਰਾਜ। ਜਿਵੇਂ ਇੱਕ ਬਾਦਸ਼ਾਹ ਦੁਨੀਆ ਦੇ ਸਾਰੇ ਸੁਖ ਸਾਧਨਾਂ ਦੀ, ਮਾਣ ਤਾਣ ਦੀ, ਪਦਵੀਆਂ ਦੀ ਪ੍ਰਾਪਤੀ ਕਰਕੇ ਆਪਣੇ ਆਪ ਨੂੰ ਸੰਤੁਸ਼ਟ, ਆਨੰਦਿਤ ਮਹਿਸੂਸ ਕਰਦਾ, ਮਹਾਰਾਜ ਕਹਿੰਦੇ ਉਸ ਤੋਂ ਵੀ ਇੱਕ ਉੱਚੀ ਅਵਸਥਾ ਜਿਹੜੀ, ਕਿਉਂਕਿ ਦੁਨੀਆ ਦੇ ਰਾਜੇ ਮਹਾਰਾਜੇ, ਭੂਮੀਪਤੀ, ਅਮੀਰ, ਵਜ਼ੀਰ, ਉਹਨਾਂ ਕੋਲ ਜੋ ਕੁਛ ਹੈ ਕੱਲ੍ਹ ਨਹੀਂ ਸੀ, ਅੱਜ ਹੈਗਾ, ਕੱਲ੍ਹ ਨੂੰ ਨਹੀਂ ਰਹੇਗਾ, ਉਹ ਆਪ ਵੀ ਨਹੀਂ ਰਹਿਣਗੇ। ਪਰ ਤੁਹਾਡੇ ਕੋਲ ਜਿਹੜੀ ਉਸ ਵੇਲੇ ਮਹਾਂ ਆਨੰਦ ਦੀ, ਮਹਾਂ ਤ੍ਰਿਪਤੀ ਦੀ, ਮਹਾਂ ਅਮੀਰੀ ਦੀ ਅਵਸਥਾ ਆਏਗੀ ਨਾ, ਉਹ ਜਿਹੜੀ ਆ ਕੇ ਕਦੀ ਜਾਏਗੀ ਨਹੀਂ। ਇੱਕ ਵਾਰੀ ਵਾਹਿਗੁਰੂ ਜੀ ਦੇ ਨਾਲ ਜੁੜ ਕੇ ਪੁਕਾਰਦੇ ਹਾਂ ਉਹਦੇ ਨਾਲ ਪਿਆਰ ਦਾ ਸਦੀਵੀ ਰਿਸ਼ਤਾ ਬਣਾਉਣਾ ਆ ਜਾਏ, ਤਾਂ ਮਹਾਰਾਜ ਕਹਿੰਦੇ ਫਿਰ ਸੇਵਕ ਕੋ ਨਿਕਟੀ ਹੋਈ ਦਿਖਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਤੁਹਾਡੇ ਅੰਗ ਸੰਗ ਹਰ ਲੋੜ ਦੀ ਪੂਰਤੀ ਕਰਨ ਵਾਲਾ ਵਾਹਿਗੁਰੂ ਆਪ ਤੁਹਾਡੇ ਅੰਦਰ ਵਰਤ ਕੇ ਤੁਹਾਡਾ ਉਹ ਬਾਦਸ਼ਾਹਾਂ ਵਾਲਾ, ਸਦੀਵੀ ਬਾਦਸ਼ਾਹਤ ਵਾਲਾ ਜੀਵਨ ਢੰਗ, ਜੀਵਨ ਅਵਸਥਾ ਬਣਾ ਦੇਣਗੇ। ਜਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋ। ਇਹ ਹਾਲਤ ਹੈ ਨਾ ਸਾਡੀ, ਰੋਜ਼ ਭਰੇ ਪਏ ਹਾਂ ਅਸੀਂ ਚਿੰਤਾਵਾਂ ਨਾਲ। ਕਦੀ ਕੋਈ ਫਿਕਰ ਆ ਕੇ ਚਿੰਬੜ ਜਾਂਦਾ ਹੈ, ਕਦੀ ਕੋਈ ਦੁਕਾਨਦਾਰੀਆਂ ਕਰਦੇ, ਨੌਕਰੀਆਂ ਕਰਦੇ, ਵਪਾਰ ਕਰਦੇ, ਘਰਾਂ ਦੇ ਕੰਮ ਕਾਜ ਕਰਦੇ, ਪਰਿਵਾਰਾਂ ਦੇ ਵਿੱਚ ਵਿਚਰਦਿਆਂ ਕਿੰਨੀਆਂ ਚਿੰਤਾਵਾਂ ਆ ਘੇਰਦੀਆਂ ਨੇ। ਸਵੇਰੇ ਉੱਠਦਿਆਂ ਹੀ ਚਿੰਤਾਵਾਂ ਦਾ ਬੋਝ ਲੈ ਕੇ ਸੰਸਾਰ ਦੇ ਲੋਕ ਤੁਰਦੇ, ਰਾਤ ਤੱਕ ਭਟਕਦੇ ਫਿਰ ਉਸੇ ਹੀ ਚਿੰਤਾ ਦੇ ਵਿੱਚ ਰਾਤ ਨੂੰ ਵੀ ਸੁਪਨਿਆਂ ਵਿੱਚ ਬਰੜਾਉਂਦੇ ਰਹਿੰਦੇ, ਫਿਕਰਮੰਦ ਰਹਿੰਦੇ। ਇਹ ਸਾਡੀ ਹਾਲ। ਤੇ ਮਹਾਰਾਜ ਕਹਿੰਦੇ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਚਿੰਤਾਵਾਂ ਨਾਲ ਹੁੰਦਾ ਕੀ ਹੈ? ਚਿੰਤਾਵਾਂ ਕੋਈ ਤੰਦਰੁਸਤ ਥੋੜ੍ਹਾ ਸਾਨੂੰ ਰਹਿਣ ਦਿੰਦੀਆਂ ਨੇ। ਬਿਮਾਰੀਆਂ ਨਾਲ ਘਿਰ ਜਾਂਦਾ ਹੈ ਬੰਦਾ। ਚਿੰਤਾਵਾਂ ਦਿਮਾਗ 'ਤੇ ਨੇ, ਮਨ 'ਤੇ ਨੇ, ਅਤੇ ਉਹਨਾਂ ਦਾ ਅਸਰ ਸਰੀਰ 'ਤੇ ਹੁੰਦਾ ਹੈ। ਉਹ ਚਿੰਤਾਵਾਂ ਰੋਗੀ ਕਰ ਦਿੰਦੀਆਂ ਬੰਦੇ ਨੂੰ। ਜਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਸਰੀਰ ਨੂੰ ਅਨੇਕਾਂ ਰੋਗ ਲੱਗ ਜਾਣ ਚਿੰਤਾਵਾਂ ਨਾਲ। ਬਹੁਤ ਬਹੁਤ ਵੱਡੀਆਂ ਵੱਡੀਆਂ ਅਤੇ ਅਣਗਿਣਤ ਚਿੰਤਾਵਾਂ ਨਾਲ ਬੰਦਾ ਘਿਰ ਜਾਵੇ। ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਕ। ਗ੍ਰਸਤ ਦੀਆਂ, ਪਰਿਵਾਰ ਘਰ-ਬਾਰ ਦੀਆਂ, ਰਿਸ਼ਤੇਦਾਰੀਆਂ ਸੰਬੰਧਾਂ ਦੀਆਂ ਅਤੇ ਹੋਰ ਆਪਣੇ ਕੰਮ ਕਾਜ ਦੀਆਂ ਬਿਪਤਾਵਾਂ ਦੇ ਵਿੱਚ, ਔਕੜਾਂ ਦੇ ਵਿੱਚ ਘਿਰਿਆ। ਕਦੀ ਹੱਸਦਾ, ਕਦੀ ਉਦਾਸ ਹੁੰਦਾ, ਕਦੀ ਕੁਛ ਥੋੜ੍ਹਾ ਬਹੁਤ ਮਿਲਦਾ ਲੱਗਦਾ ਅਤੇ ਖੁਸ਼ ਹੁੰਦਾ। ਜਦੋਂ ਖੁੱਸ ਗਿਆ ਫਿਰ ਉਦਾਸ ਨਿਰਾਸ਼ ਹਾਲਤ ਵਿੱਚ ਚਲੇ ਜਾਂਦਾ। ਇਹ ਖੁਸ਼ੀ ਗਮੀ ਦੀ ਅਵਸਥਾ ਦੇ ਵਿੱਚ ਚਿੰਤਾਵਾਂ ਵਿੱਚ ਲਪੇਟਿਆ ਹੋਇਆ, ਗ੍ਰਸਤ ਦੀਆਂ ਔਕੜਾਂ ਵਿੱਚ ਲਪੇਟਿਆ ਹੋਇਆ ਮਨੁੱਖ ਗੌਣ ਕਰੇ ਚੌਹ ਕੁੰਟ ਕਾ ਘੜੀ ਨਾ ਬੈਸਣ ਸੋਏ। ਆਪਣੀਆਂ ਦੁਸ਼ਵਾਰੀਆਂ ਤੋਂ, ਔਕੜਾਂ ਚਿੰਤਾਵਾਂ ਤੋਂ ਛੁਟਕਾਰਾ ਪਾਉਣ ਲਈ ਭਟਕਦਾ ਫਿਰੇ, ਇੱਧਰ ਉੱਧਰ ਹੱਥ ਪੈਰ ਮਾਰਦਾ ਰਹੇ। ਇੱਕ ਘੜੀ ਦਾ ਵੀ ਬੈਠਣ ਦਾ
ਟਿਕਾਓ ਵਾਲਾ ਸਮਾਂ ਨਾ ਬਣੇ, ਘੜੀ ਨਾ ਬੈਸਣ ਸੋਏ। ਉਸ ਨੂੰ ਇੱਕ ਘੜੀ ਵੀ ਟਿਕਾਓ ਨਾਲ ਬੈਠਣ ਦੀ ਅਵਸਥਾ ਪ੍ਰਾਪਤ ਨਾ ਹੋਵੇ। ਜੇ ਮਹਾਰਾਜ ਕਹਿੰਦੇ ਇਹੋ ਜਿਹੀ ਹਾਲਤ ਬਣੀ ਹੋਵੇ, ਉਸ ਵੇਲੇ ਚਿੱਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਇਹੋ ਜਿਹੀ ਦੁਖੀ ਚਿੰਤਾਤੁਰ ਕਰਨ ਵਾਲੀ ਅਵਸਥਾ ਜੇ ਬਣੀ ਹੋਵੇ ਤਾਂ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਚੇਤੇ ਆਵੇ ਨਾ, ਕਰਤਾ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਵਿੱਚ ਉਸ ਮਹਾ ਅਨੰਤ ਗੁਣਾਂ ਦੇ ਚੰਗਿਆਈਆਂ ਦੇ ਮਾਲਕ ਨਾਲ ਪੁਕਾਰਨ ਵਾਲੀ ਪਿਆਰ ਸਾਂਝ ਪੈ ਜਾਵੇ ਤਾਂ ਮਹਾਰਾਜ ਕਹਿੰਦੇ ਤਨ ਵਿੱਚ ਵੀ ਤੇ ਮਨ ਵਿੱਚ ਵੀ ਠੰਡਕ ਸੀਤਲਤਾ ਆ ਜਾਂਦੀ ਹੈ। ਅੰਦਰ ਚਿੰਤਾਵਾਂ ਦੇ ਜਿਹੜੇ ਭਾਂਬੜ ਬਲ ਰਹੇ ਨੇ, ਤਪਿਆ ਪਿਆ ਮਨੁੱਖ, ਘਰ ਘਰ ਇਹ ਅੱਗ ਦੀ ਗੱਲ ਕੀਤੀ ਹੈ ਨਾ ਬਾਬਾ ਫਰੀਦ ਜੀ ਨੇ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਇਹ ਚਿੰਤਾਵਾਂ ਫਿਕਰਾਂ ਦੀ, ਦੁੱਖਾਂ ਦੀ, ਡਰ ਸਹਿਮ ਦੀ ਅੱਗ ਦੇ ਵਿੱਚ ਭਾਂਬੜ ਦੇ ਵਿੱਚ ਸੜਦੇ ਲੱਗਦੇ ਪਏ ਨੇ ਲੋਕ। ਸਾਹਿਬ ਜੀ ਕਹਿੰਦੇ ਇਹੋ ਜਿਹੀ ਹਾਲਤ ਵਿੱਚ ਜਿਹੜਾ ਤੁਹਾਡਾ ਜੁੜਨਾ ਹੈ ਨਾ ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਜੀ ਨਾਲ, ਤੁਹਾਨੂੰ ਸੀਤਲ ਕਰ ਦੇਗਾ। ਤੁਹਾਡੇ ਅੰਦਰ ਇਹ ਵਿਕਾਰੀ ਬਿਰਤੀਆਂ ਦੀ ਅੱਗ ਅਤੇ ਇਹਨਾਂ ਵਿੱਚੋਂ ਨਿਕਲੇ ਹੋਏ ਚਿੰਤਾਤੁਰ ਕਰਨ ਵਾਲੇ ਦੁਖਦਾਈ ਨਤੀਜਿਆਂ ਦੀ ਤਪਸ਼, ਇਹ ਤੋਂ ਵਾਹਿਗੁਰੂ ਜੀ ਦੀ ਭਜਨ ਬੰਦਗੀ, ਵਾਹਿਗੁਰੂ ਜੀ ਦਾ ਗੁਣਗਾਨ, ਵਾਹਿਗੁਰੂ ਜੀ ਦੇ ਨਾਲ ਕੀਤੀਆਂ ਹੋਈਆਂ ਗੱਲਾਂ, ਬਣਾਇਆ ਹੋਇਆ ਪਿਆਰ ਭਰਿਆ ਰਿਸ਼ਤਾ ਤੁਹਾਡੇ ਅੰਦਰ ਮਹਾ ਆਨੰਦ ਦੀ ਅਵਸਥਾ, ਮਹਾ ਸੀਤਲਤਾ ਦੀ ਠੰਡ ਵਾਲੀ ਅਵਸਥਾ ਬਣਾ ਸਕਦਾ ਹੈ। ਬਣਾਉਣ ਦੀਆਂ ਸੰਭਾਵਨਾ ਤੁਹਾਡੇ ਜੀਵਨ ਵਿੱਚ ਬਣ ਜਾਣਗੀਆਂ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ। ਸਾਹਿਬ ਜੀ ਕਹਿੰਦੇ ਬੰਦਾ ਵਿਕਾਰੀ ਬਿਰਤੀਆਂ ਨਾਲ, ਮੈਂ ਬੇਨਤੀ ਕਰ ਰਿਹਾ ਸੀ, ਕੇਵਲ ਬਾਹਰ ਦੇ ਹਾਲਾਤ ਹੀ ਨਹੀਂ ਤੁਹਾਨੂੰ ਦੁਖੀ ਕਰਦੇ, ਅੰਦਰ ਦੀਆਂ ਵਿਕਾਰੀ ਬਿਰਤੀਆਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਦੇ ਕਰਕੇ ਉਹ ਜਿਹੜੇ ਪਿਆ ਹੋਇਆ ਬੇਸੰਜਮਾ ਹੋਇਆ ਕੁਰੀਤੀਆਂ ਦੀ, ਗਲਤ ਕੰਮਾਂ ਦੀ ਅਵਸਥਾ ਵਿੱਚ ਜਾਣ ਵਾਲਾ ਮਨੁੱਖ ਫਿਰ ਪਛਤਾਉਂਦਾ ਹੈ ਬਾਰ-ਬਾਰ ਇਹਨਾਂ ਵਿਕਾਰਾਂ ਦੇ ਕਰਕੇ। ਉਹ ਜਿਹੜੇ ਵੀ ਪੈਂਦਾ ਬੇਸੰਜਮਾ ਵੀ ਹੁੰਦਾ, ਕੁਕਰਮ ਵੀ ਕਰਦਾ ਤੇ ਫਿਰ ਬਾਰ-ਬਾਰ ਪਛਤਾਉਂਦਾ ਵੀ ਹੈ। ਮਹਾਰਾਜ ਕਹਿੰਦੇ ਇਹੋ ਜਿਹੀ ਕੁਕਰਮੀ, ਬੇਸੰਜਮੀ, ਪਛਤਾਵੇ ਵਾਲੀ ਅਵਸਥਾ ਵਿੱਚ ਘਿਰਿਆ ਹੋਵੇ ਬੰਦਾ, ਚਾਰੇ ਕਿਲੇ ਵਿਖ ਉਨ ਅੱਗ ਕੀਏ ਹੋਆ ਅਸੁਰ ਸੰਘਾਰ। ਚਾਰੇ ਕਿਲੇ ਵਿਖ, ਇਹ ਸਨਾਤਨ ਧਰਮ ਦੇ ਵਿੱਚ ਸਾਡੇ ਪੁਰਾਤਨ ਰਿਸ਼ੀਆਂ ਮੁਨੀਆਂ ਨੇ 4 ਪਾਪ, ਵੱਡੇ ਬੱਜਰ ਪਾਪ ਬਿਆਨ ਕੀਤੇ। ਬ੍ਰਾਹਮਣ ਦਾ ਘਾਤ, ਗਊ ਘਾਤ ਮਾਰਨਾ, ਕੈਲੀ ਘਾਤ, ਕੰਜਕਾਂ, ਧੀਆਂ ਨੂੰ ਮਾਰਨਾ, ਧੀਆਂ ਨੂੰ ਦੁੱਖ ਦੇਣਾ, ਧੀਆਂ ਦੇ ਪੈਸੇ ਵਟਣੇ, ਧੀਆਂ ਨਾਲ ਦੁਰਵਿਵਹਾਰ ਕਰਨਾ, ਇਹਨੂੰ ਵੀ ਬੱਜਰ ਪਾਪ ਪੁਰਾਤਨ ਸਮੇਂ ਵਿੱਚ ਮੰਨਿਆ ਗਿਆ। ਅਤੇ ਅਣਚਾਰੀ ਕਾ ਧਾਨ, ਜਿਹੜੇ ਪਾਪੀ ਲੋਕ ਨੇ ਮਲਕ ਭਾਗੋ ਵਰਗੇ, ਉਹਨਾਂ ਦੇ ਦਾਨ ਦੀ ਝਾਕ ਰੱਖ ਕੇ, ਉਹਨਾਂ ਦੀਆਂ ਚਾਪਲੂਸੀਆਂ ਕਰਕੇ ਉਹ ਦਾਨ ਪ੍ਰਾਪਤ ਕਰਨ ਦੀ ਇੱਛਾ, ਇਹ 4 ਪਾਪ ਮੰਨੇ ਨੇ। ਮਹਾਰਾਜ ਕਹਿੰਦੇ ਇਹ ਚਾਰੇ ਪਾਪ ਵੀ ਕਿਤੇ ਕੀਤੇ ਹੋਏ ਹੋਣ। ਚਾਰੇ ਕਿਲੇ ਵੇਖੋ ਉਨ ਅੱਗ ਕੀਏ ਹੋਆ ਅਸੁਰ ਸੰਘਾਰ। ਰਾਖਸ਼ ਬਿਰਤੀਆਂ, ਇਹ ਸੰਘਾਰ ਕਰਨ ਵਾਲੀਆਂ, ਤੁਹਾਨੂੰ ਮਾਰਨ ਵਾਲੀ ਅਵਸਥਾ ਵਿੱਚ ਲੈ ਕੇ ਜਾਣ ਵਾਲੀਆਂ ਇਹ ਬਿਰਤੀਆਂ। ਪੋਥੀ ਕਵੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ। ਕਦੀ ਧਾਰਮਿਕ ਮਹਾਂਪੁਰਸ਼ਾਂ ਦੇ ਦਿੱਤੇ ਹੋਏ ਪ੍ਰਵਚਨ, ਬਾਣੀ, ਉਹਨਾਂ ਦੇ ਮਹਾਂ ਉਪਦੇਸ਼, ਉਹਨਾਂ ਦੇ ਉਪਦੇਸ਼ਾਂ ਵਾਲੇ ਗ੍ਰੰਥ, ਧਰਮ ਗ੍ਰੰਥ, ਉਹ ਵੀ ਕਦੀ ਨਾ ਵਾਚੇ ਹੋਣ, ਉਹਨਾਂ ਵੱਲ ਕੰਨ ਵੀ ਨਾ ਧਰਿਆ ਹੋਵੇ ਕਦੀ, ਭਾਵ ਕਿ ਉਹਨੂੰ ਕਦੀ ਇੱਕ ਘੜੀ ਲਈ ਵੀ ਨਾ ਸੁਣਿਆ ਹੋਵੇ, ਕਦੇ ਨਾ ਕਰਨ ਧਰਿਆ। ਕਰਨ ਮਤਲਬ ਕੰਨ, ਉਸ ਪਾਸੇ ਕਦੀ ਕਦੀ ਕੰਨ ਹੀ ਨਾ ਧਰੇ ਹੋਣ, ਭਾਵ ਉਹਨੂੰ ਕਦੀ ਸੁਣਨ ਦੀ ਰੁਚੀ ਵੀ ਨਾ ਬਣੀ ਹੋਵੇ, ਅੰਦਰ ਟੁੱਟਿਆ ਹੋਵੇ ਧਾਰਮਿਕ ਉਪਦੇਸ਼ਾਂ ਨਾਲੋਂ। ਤਪੇ ਤਪੀਸਰ ਵਾਹਿਗੁਰੂ, ਚਿੱਤ ਆਵੈ ਉਸ ਪਾਰ ਬ੍ਰਹਮ, ਤਾਂ ਨਿਮਖ ਸਿਮਰਤ ਤਰਿਆ। ਉਹ ਜਿਹੀ ਅਗਿਆਨੀ, ਵਿਕਾਰੀ ਬਿਰਤੀਆਂ ਵਾਲੀ ਮੈਲੀ ਅਵਸਥਾ ਦੇ ਵਿੱਚ ਜੇ ਵਾਹਿਗੁਰੂ ਜੀ ਨਾਲ ਜੁੜਨਾ ਆ ਜਾਏ, ਜਿਵੇਂ ਭਾਈ ਸੱਜਣ ਜੀ ਨੂੰ ਆ ਗਿਆ, ਜਿਵੇਂ ਭਾਈ ਭੂਮੀਆਂ ਜੀ ਨੂੰ ਆ ਗਿਆ, ਜਿਵੇਂ ਭਾਈ ਕੌਡਾ ਜੀ ਨੂੰ ਆ ਗਿਆ, ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਜੇ ਕਿਤੇ
ਗੁਰੂ ਦੇ ਸ਼ਬਦ ਦੀ ਸੰਗਤ ਮਿਲ ਜਾਏ ਤਾਂ ਮਹਾਰਾਜ ਕਹਿੰਦੇ ਸਮਾਂ ਨਹੀਂ ਲੱਗਦਾ ਇਹਨਾਂ ਵਿਕਾਰੀ ਬਿਰਤੀਆਂ ਦੀ ਮੈਲ ਤੋਂ ਆਪਣੇ ਆਪ ਨੂੰ ਛੁਟਕਾਰਾ ਦਿਵਾਉਣ ਦੇ ਵਿੱਚ। ਅਜਾਮਲ ਦੀਆਂ ਘਟਨਾਵਾਂ ਬਿਆਨ ਕਰਦੇ ਨੇ, ਸਾਰੀ ਜ਼ਿੰਦਗੀ ਪਾਪ ਕਰਮਾਂ ਵਿੱਚ ਰਿਹਾ, ਪਰ ਸਾਧੂ ਪੁਰਸ਼ਾਂ ਦੀ ਸੰਗਤ ਨੇ ਉਹਨੂੰ ਥੋੜ੍ਹੇ ਹੀ ਸਮੇਂ ਦੇ ਵਿੱਚ ਇੱਧਰੋਂ ਤੋੜ ਕੇ ਨਿਰਮਲ ਮਹਾਂਗੁਣਾਂ ਦੇ ਉਪਦੇਸ਼ ਦੀ ਅਵਸਥਾ ਵਿੱਚ ਲਿਜਾ ਕੇ ਨਿਰਮਲ ਕਰਕੇ ਆਨੰਦਿਤ ਕਰਤਾ। ਮਹਾਰਾਜ ਕਹਿੰਦੇ ਤੁਹਾਡੇ ਜੀਵਨ ਵਿੱਚ ਵੀ ਇਸ ਤਰ੍ਹਾਂ ਦੀ ਪਾਰ ਉਤਾਰੇ ਵਾਲੀ ਅਵਸਥਾ, ਆਨੰਦ ਦੇਣ ਵਾਲੀ ਅਵਸਥਾ ਬਣ ਸਕਦੀ ਹੈ। ਹੁਣ ਇਹ ਤੇ ਵਾਹਿਗੁਰੂ ਜੀ ਨਾਲ ਜੁੜਨ ਦੀ ਮਹਿਮਾ ਦਾ ਜ਼ਿਕਰ ਕਰ ਰਹੇ ਸੀ ਸੱਚੇ ਪਾਤਸ਼ਾਹ। ਜੇ ਜੁੜੋਗੇ ਗੁਰੂ ਦੇ ਸ਼ਬਦ ਰਾਹੀਂ, ਵਾਹਿਗੁਰੂ ਜੀ ਨਾਲ ਪਿਆਰ ਯਾਦ ਵਾਲੀ, ਸਦਾ ਸਿਮਰਨ ਵਾਲੀ, ਗੁਣਗਾਨ ਵਾਲੀ ਅਵਸਥਾ ਬਣਾਓਗੇ, ਮਹਾਰਾਜ ਕਹਿੰਦੇ ਵੱਡੇ ਤੋਂ ਵੱਡਾ ਪਾਪ, ਵੱਡੇ ਤੋਂ ਵੱਡੀ ਮਾੜੀ ਘਟਨਾ, ਦੁਨੀਆ ਦੇ ਮਾੜੇ ਤੋਂ ਮਾੜੇ ਹਾਲਾਤ, ਤੁਹਾਡੇ ਅੰਦਰ ਪੈਦਾ ਹੋਈ ਚਿੰਤਾ ਤੋਂ ਤੁਹਾਨੂੰ ਮੁਕਤ ਕਰਕੇ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਪਾਤਰ ਬਣਾ ਕੇ ਆਨੰਦਮਈ ਅਵਸਥਾ ਵਿੱਚ ਲਿਜਾ ਸਕਦੇ ਨੇ। ਕਰਕੇ ਦੇਖੋ, ਮਹਾਰਾਜ ਕਹਿੰਦੇ ਮੈਂ ਇਹ ਸਾਹਿਬ ਜੀ ਕਹਿੰਦੇ ਕੀਤਾ ਅਤੇ ਮੈਂ ਇਹ ਆਨੰਦ ਮਾਣਿਆ। ਤੁਸੀਂ ਵੀ ਜੇ ਇਸ ਪਾਸੇ ਤੁਰੋਗੇ ਤੁਹਾਡੇ ਜੀਵਨ ਵਿੱਚ ਵੀ ਇਹ ਮਹਾਂ ਆਨੰਦ ਆਏਗਾ। ਪਰ ਸਾਹਿਬ ਕਹਿੰਦੇ ਜੇ ਇਸ ਤਰ੍ਹਾਂ ਦੀ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਅਵਸਥਾ ਬੰਦੇ ਨੂੰ ਨਾ ਪ੍ਰਾਪਤ ਹੋਵੇ ਫਿਰ ਕੀ ਹੁੰਦਾ? ਉਧਰ ਵੀ ਸਾਡਾ ਧਿਆਨ ਤੋਂ ਆਉਂਦੇ। ਸਾਹਿਬ ਕਹਿੰਦੇ ਸ਼ਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ। ਯਾਦ ਰੱਖਿਓ, ਗੁਰੂਦੇਵ ਕਹਿੰਦੇ ਧਰਮ ਗ੍ਰੰਥ, ਸ਼ਾਸਤਰ, ਸਿਮਰਤੀਆਂ, ਚਾਰੇ ਵੇਦ ਇਤਿਆਦ ਜਿੰਨੇ ਧਰਮ ਗ੍ਰੰਥ ਨੇ ਯਾਦ ਵੀ ਹੋ ਜਾਣ ਤੁਹਾਨੂੰ, ਤੇ ਯਾਦ ਕੀਤੀ ਹੋਏ ਇਹਨਾਂ ਧਰਮ ਗ੍ਰੰਥਾਂ ਦਾ ਤੁਹਾਨੂੰ ਬਹੁਤ ਵਧੀਆ ਵਿਚਾਰ ਵਟਾਂਦਰਾ ਵੀ ਕਰਨਾ ਆ ਜਾਵੇ। ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ। ਤੁਸੀਂ ਜੋਗੀ ਲੋਕਾਂ ਵਾਂਗ, ਤਪੇ ਤਪੀਸਰਾਂ ਵਾਂਗ ਤੀਰਥਾਂ ਦੇ ਉੱਤੇ ਤੁਰਦੇ ਫਿਰਦੇ ਰਹੋ। ਸਾਰਾ ਜੀਵਨ ਇਹਨਾਂ ਤੀਰਥਾਂ ਦੀ ਯਾਤਰਾ 'ਚ ਹੀ ਲੰਘਾ ਦਿਓ ਭਾਵੇਂ। ਖਟ ਕਰਮ ਤੇ ਦੁਗਣੇ ਪੂਜਾ ਕਰਤਾ ਨਹਾਏ। ਖਟ ਕਰਮ ਮੰਨੇ ਨੇ ਸਨਾਤਨ ਧਰਮ ਦੇ ਵਿੱਚ। ਵੇਦ ਪੜ੍ਹਨੇ, ਵੇਦ ਪੜ੍ਹਾਉਣੇ, ਯੱਗ ਕਰਨੇ, ਯੱਗ ਕਰਾਉਣੇ, ਦਾਨ ਦੇਣਾ, ਦਾਨ ਲੈਣਾ, ਵਿਦਿਆ ਦਾਨ ਵੀ ਉਹਦੇ ਵਿੱਚ ਆਉਂਦਾ। ਇਹ 6 ਮਹਾ ਸ਼ੁਭ ਕਰਮ ਮੰਨੇ ਹੈ। ਸਾਹਿਬ ਕਹਿੰਦੇ ਇਹ ਵੀ ਜੇ ਕਰਦਾ ਹੋਵੇ, ਪੂਜਾ ਕਰਤਾ, ਉਸ ਤੋਂ ਵੀ ਦੁੱਗਣੇ, ਖਟ ਕਰਮ ਤੇ ਦੁੱਗਣੇ, ਇਸ ਤੋਂ ਵੀ ਹੋਰ ਕਈ ਗੁਣਾ ਵੱਧ ਉਹ ਧਰਮ ਦੇ ਨਾਮ ਤੇ ਕਰਮ ਕਾਂਡ ਕਰਦਾ ਰਵੇ। ਪੂਜਾ ਕਰਤਾ ਨਹਾਏ, ਨਹਾ ਧੋ ਕੇ ਆਪਣੇ ਸਰੀਰ ਨੂੰ ਪਵਿੱਤਰ ਕਰਨ ਦੀ ਬਿਰਤੀ ਪਾਲ ਕੇ ਉਹ ਜਿੰਨੇ ਮਰਜ਼ੀ ਪੂਜਾ ਪਾਠ ਵੀ ਕਰੇ। ਰੰਗ ਨਾ ਲੱਗੀ ਪਾਰ ਬ੍ਰਹਮ ਸਰ ਪਰ ਨਰਕੇ ਜਾਏ। ਜੇ ਵਾਹਿਗੁਰੂ ਜੀ ਦੇ ਪਿਆਰ ਦਾ ਰੰਗ ਨਹੀਂ ਚੜ੍ਹਿਆ ਨਾ ਅੰਦਰ ਆਤਮਾ ਤੇ, ਹਿਰਦੇ ਤੇ, ਤਾਂ ਇਹ ਕੀਤੇ ਹੋਏ ਧਰਮ ਕਰਮ ਜਿਹੜੇ ਨੇ, ਇਹ ਧਰਮ ਗ੍ਰੰਥਾਂ ਦਾ ਵਿਚਾਰ ਵਟਾਂਦਰਾ ਜੇ ਅੰਦਰ ਤੁਹਾਡੇ ਵਾਹਿਗੁਰੂ ਜੀ ਦੇ ਪਿਆਰ ਦਾ ਰੰਗ ਨਹੀਂ ਚੜਾ ਸਕਿਆ, ਵਾਹਿਗੁਰੂ ਜੀ ਦੇ ਨਾਲ ਪਿਆਰ ਦਾ ਰਿਸ਼ਤਾ ਬਣਾਉਣਾ ਨਹੀਂ ਆਇਆ, ਵਾਹਿਗੁਰੂ ਜੀ ਨਾਲ ਆਤਮਕ ਵਿਛੋੜਾ ਬਣਿਆ ਹੋਇਆ, ਕੇਵਲ ਬਾਹਰੀ ਤੌਰ 'ਤੇ ਇਹ ਕਰਮ ਹੋ ਰਹੇ ਨੇ, ਤਾਂ ਮਹਾਰਾਜ ਕਹਿੰਦੇ ਯਾਦ ਰੱਖਿਓ ਸਰ ਪਰ ਨਰਕੇ ਜਾਏ। ਸਰ ਪਰ ਦਾ ਮਤਲਬ ਹੈ ਨਿਸ਼ਚੇ ਹੀ, ਪੱਕੀ ਗੱਲ ਜਾਣਿਓ। ਮਹਾਰਾਜ ਕਹਿੰਦੇ ਇਹ ਉਹਨੂੰ ਨਰਕ ਦੇ ਵਿੱਚ ਜਾਣਾ ਪੈਂਦਾ। ਨਰਕ ਵਿੱਚ ਜਾਣ ਦਾ ਮਤਲਬ ਕੀ ਹੈ? ਜਿਹੜੇ ਰਿਸ਼ੀਆਂ ਮੁਨੀਆਂ ਨੇ ਨਰਕ ਚਿਤਵੇ ਨੇ, ਉਹਨਾਂ ਨਰਕਾਂ ਦੇ ਵਿੱਚ ਕੀ ਹੈ? ਦੁਖਦਾਈ ਗੱਲਾਂ ਨੇ, ਦੁਖਦਾਈ ਹਾਲਾਤ ਨੇ, ਵੱਡੀਆਂ ਵੱਡੀਆਂ ਸਜ਼ਾਵਾਂ ਚਿਤਵੀਆਂ ਪਈਆਂ ਨੇ। ਮਹਾਰਾਜ ਕਹਿੰਦੇ ਉਹ ਜਿਉਂਦੇ ਜੀ ਤੁਹਾਨੂੰ ਉਹ ਨਰਕ ਵਾਲੀ ਜ਼ਿੰਦਗੀ ਮਿਲਦੀ ਹੈ। ਜਿਉਂਦੇ ਜੀ ਹੀ ਤੁਸੀਂ ਨਰਕ ਵਾਲੀ ਜ਼ਿੰਦਗੀ ਜਿਉਂਦੇ ਹੋ। ਇੱਥੇ ਹੀ ਤੁਹਾਡਾ ਦੁੱਖ, ਤੁਹਾਡੀਆਂ ਚਿੰਤਾਵਾਂ, ਰੋਜ਼-ਰੋਜ਼ ਦਾ ਪਛਤਾਵਾ, ਰੋਜ਼-ਰੋਜ਼ ਡਰ ਸਹਿਮ ਵਿੱਚ ਜਿਉਣਾ, ਇਹ ਨਰਕਮਈ ਜ਼ਿੰਦਗੀ, ਇਹ ਤੋਂ ਕੋਈ ਬਚਾ ਨਹੀਂ ਸਕਦਾ ਜੇ ਤੁਹਾਡੇ ਅੰਦਰ, ਤੁਹਾਡੀ ਆਤਮਾ ਤੇ, ਤੁਹਾਡੀ ਰੂਹ ਤੇ, ਤੁਹਾਡੇ ਹਿਰਦੇ ਤੇ ਵਾਹਿਗੁਰੂ ਜੀ ਦੇ ਪਿਆਰ ਦਾ ਰੰਗ ਨਹੀਂ ਚੜ੍ਹਿਆ। ਕਾਰਨ ਔਗਣ ਬਣੇ ਰਹਿਣੇ ਨੇ। ਅਗਿਆਨਤਾ, ਨਾ ਸਮਝੀ, ਬੇਸੰਜਮਾਪਣ, ਲਾਪਰਵਾਹੀ ਤੁਹਾਡੇ ਜੀਵਨ ਵਿੱਚ ਬਣੀ ਰਹਿਣੀ ਹੈ। ਇਹ ਧਰਮ ਕਰਮ ਜਿਹੜੇ ਨੇ, ਮਹਾਰਾਜ ਕਹਿੰਦੇ ਤੁਹਾਨੂੰ ਚੰਗਿਆਈਆਂ ਵਾਲੇ ਪਾਸੇ ਨਹੀਂ ਲੈ ਕੇ ਜਾਂਦੇ, ਤੁਹਾਡੇ ਦਿਮਾਗ ਨੂੰ ਹੋਰ ਜ਼ਿਆਦਾ ਹੰਕਾਰ ਨਾਲ ਭਰ ਦਿੰਦੇ ਹੈ,
ਹੋਰ ਦੁਨੀਆ ਦਾ ਦਿਖਾਵਾ, ਮਾਣ ਅਪਮਾਨ, ਇਹਦੇ ਵਿੱਚ ਪੈ ਜਾਂਦੇ ਹੋ ਤੁਸੀਂ। ਅੰਦਰ ਦੀ ਮੈਲ ਨਹੀਂ ਧੋਤੀ ਜਾਂਦੀ। ਅਤੇ ਜਦੋਂ ਅੰਦਰ ਹੀ ਤੁਹਾਡਾ ਸੁੱਚਾ ਨਾ ਹੋਵੇ, ਤੁਹਾਡੀ ਦ੍ਰਿਸ਼ਟੀ, ਤੁਹਾਡਾ ਸੋਚਣ ਢੰਗ, ਤੁਹਾਡਾ ਦੇਖਣ ਢੰਗ, ਤੁਹਾਡਾ ਬੋਲਣ ਢੰਗ, ਵਿਚਾਰਨ ਢੰਗ, ਤੁਹਾਡੇ ਕਰਮ ਜਿਹੜੇ ਨੇ ਉਹ ਹੀ ਸੱਚੇ ਸੁੱਚੇ ਨਾ ਹੋਣ, ਅਤੇ ਉਹਦੇ ਵਿੱਚੋਂ ਨਤੀਜੇ ਵੀ ਜਿਹੜੇ ਨੇ ਆਨੰਦਮਈ ਨਹੀਂ ਨਿਕਲ ਸਕਦੇ। ਇਸੇ ਕਰਕੇ ਮਹਾਰਾਜ ਕਹਿੰਦੇ, ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਧਰਮ ਕਰਮ ਕਰੋ, ਪਰ ਇਹ ਖਿਆਲ ਰੱਖੋ ਇਸ ਗੱਲ ਦਾ ਕਿ ਇਹ ਧਰਮ ਕਰਮ ਕਰਦੇ ਹਾਂ, ਲੇਖਾ ਜੋਖਾ ਰੋਜ਼ ਕਰੋ, ਰੋਜ਼ ਆਤਮ ਚਿੰਤਨ ਕਰੋ ਕਿ ਵਾਹਿਗੁਰੂ ਜੀ ਦੇ ਨਾਲ ਪਿਆਰ ਸਾਂਝ ਬਣਦੀ ਪਈ ਕਿ ਨਹੀਂ, ਵਾਹਿਗੁਰੂ ਜੀ ਨਾਲ ਜੁੜਨਾ ਆ ਰਿਹਾ ਕਿ ਨਹੀਂ, ਵਾਹਿਗੁਰੂ ਜੀ ਦੀ ਨਿਕਟਤਾ ਦਾ ਅਹਿਸਾਸ ਹੋ ਰਿਹਾ ਕਿ ਨਹੀਂ ਹੋ ਰਿਹਾ, ਵਾਹਿਗੁਰੂ ਜੀ ਨਾਲ ਗੱਲਾਂ ਚੱਲ ਰਹੀਆਂ ਕਿ ਨਹੀਂ ਚੱਲ ਰਹੀਆਂ, ਵਾਹਿਗੁਰੂ ਜੀ ਦੀ ਮਹਾਸ਼ਕਤੀ 'ਤੇ ਭਰੋਸਾ ਵੱਜ ਰਿਹਾ ਕਿ ਨਹੀਂ ਵੱਜ ਰਿਹਾ, ਦੁਨੀਆ ਨਾਲੋਂ ਟੁੱਟ ਕੇ, ਸੰਸਾਰ ਨਾਲੋਂ ਟੁੱਟ ਕੇ ਨਿਰੰਕਾਰ ਨਾਲ ਸਮਰਪਣ ਭਾਵਨਾ ਦੇ ਵਿੱਚ, ਨਿਸ਼ਚੇ, ਦ੍ਰਿੜ ਨਿਸ਼ਚੇ ਵਿੱਚ ਜਿਉਣ ਦੀ ਬਿਰਤੀ ਬਣਦੀ ਕਿ ਨਹੀਂ ਬਣਦੀ। ਇਹ ਹੈ ਮਹਾਰਾਜ ਕਹਿੰਦੇ ਆਨੰਦ ਦੀ ਅਵਸਥਾ ਵਿੱਚ ਲੈ ਕੇ ਜਾਣ ਦਾ ਭੇਦ। ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ, ਤੁਹਾਡੇ ਕੋਲ ਰਾਜ ਭਾਗ ਹੋਣ, ਮਲਕੀਤਾਂ ਹੋਣ ਤੁਹਾਡੇ ਕੋਲ, ਤਰ੍ਹਾਂ ਤਰ੍ਹਾਂ ਦੇ ਸੰਸਾਰਿਕ ਪਦਾਰਥਾਂ ਦੇ ਭੋਗ ਭੋਗਣ ਦਾ ਵਿਸਥਾਰ ਸਹਿਤ ਤੁਹਾਡੇ ਕੋਲ ਸਾਜ਼ੋ ਸਮਾਨ ਹੋਵੇ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ, ਸੋਹਣੇ ਸੋਹਣੇ ਆਕਰਸ਼ਕ ਖੁਸ਼ਬੂਆਂ ਵਾਲੇ ਬਾਗ ਹੋਣ, ਤੁਹਾਡਾ ਹੰਕਾਰੀਆਂ ਵਾਲਾ ਹੁਕਮ ਚੱਲਦਾ ਹੋਵੇ, ਹਾਕਮਾਂ ਦਾ ਜਿੱਦਾਂ ਚੱਲਦਾ, ਜੋ ਮੈਂ ਕਹਿੰਦਾ ਉਹੀ ਹੋਣਾ ਚਾਹੀਦਾ। ਸੰਸਾਰ ਮਰਦਾ ਮਰੇ, ਜੋ ਮਰਜ਼ੀ ਹੋਵੇ, ਪਰ ਜੋ ਮੈਂ ਕਹਿੰਦਾ ਉਹ ਮੰਨਿਆ ਜਾਵੇ। ਮਹਾਰਾਜ ਕਹਿੰਦੇ ਚੱਲੇ ਹੁਕਮ ਅਫਾਰ, ਹੰਕਾਰ ਭਰਿਆ ਅਫਾਰਾ ਜਿਹੜਾ ਹੈ, ਅਫਰੇਵਾਂ, ਉਹ ਬਣਿਆ ਹੋਵੇ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ, ਦੁਨੀਆ ਦੇ ਰੰਗ ਤਮਾਸ਼ੇ ਤੁਹਾਡੇ ਕੋਲ ਹੋਣ ਅਤੇ ਬੜੇ ਚਾਅ ਨਾਲ ਤੁਸੀਂ ਉਹਨਾਂ ਨੂੰ ਭੋਗ ਰਹੇ ਹੋ। ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਿਆ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਚੇਤੇ ਨਹੀਂ ਆਉਂਦੇ ਤਾਂ ਸਰਪ ਦੀ ਜੂਨ ਵਿੱਚ ਜਾਣਾ ਸੀ। ਸਰਪ ਦੀ ਜੂਨ ਕੀ ਹੈ? ਮਹਾਰਾਜ ਕਹਿੰਦੇ ਸੱਪ ਨੂੰ ਤੁਸੀਂ ਜੋ ਮਰਜ਼ੀ ਚੰਗੇ ਤੋਂ ਚੰਗਾ ਦੁੱਧ ਵਰਗਾ ਵੀ ਅੰਮ੍ਰਿਤ ਜੀ ਭੋਜਨ ਦੇ ਦਿਓ, ਉਹਨੇ ਬਿਖ ਹੀ ਖਿੱਚਣੀ ਹੈ। ਸਰੀਰ ਜ਼ਹਿਰ ਨਾਲ ਭਰਿਆ ਉਹਦਾ, ਉਹਨੇ ਜਦੋਂ ਵਿਚਰਨਾ ਹੈ, ਡੰਗ ਮਾਰਨਾ ਹੈ, ਜ਼ਹਿਰ ਛੱਡਣਾ ਹੈ, ਦੂਜੇ ਨੂੰ ਮੌਤ ਦੇ ਘਾਟ ਉਤਾਰਨਾ ਹੈ। ਸੱਪ ਕੋਲ ਤਾਂ ਇਹੀ ਸੁਭਾਅ ਹੈ। ਮਹਾਰਾਜ ਕਹਿੰਦੇ ਇਹ ਸੁਭਾਅ ਬਣ ਜਾਂਦਾ ਹੈ ਜੇ ਵਾਹਿਗੁਰੂ ਜੀ ਦਾ ਨਾਮ ਸਿਮਰਨ, ਵਾਹਿਗੁਰੂ ਜੀ ਦੀ ਪਿਆਰ ਸਾਂਝ ਨਹੀਂ ਹੈ। ਬਹੁਤ ਧਨਾੜ ਆਚਾਰਵੰਤ ਸੋਭਾ ਨਿਰਮਲ ਰੀਤ, ਬੜੇ ਵੱਡੇ ਵੱਡੇ ਧਨਾੜ ਹੋਵੋ, ਤੁਹਾਡੀ ਸੋਭਾ ਹੋਵੇ ਸਾਰੇ ਪਾਸੇ, ਤੁਹਾਡਾ ਜੀਵਨ ਢੰਗ ਵੀ ਦਾਨੀਆਂ ਵਾਲਾ ਪੁੰਨੀਆਂ ਵਾਲਾ ਹੋਵੇ, ਪਰ ਉਹ ਦਾਨ ਪੁੰਨ ਕਰਦਿਆਂ ਜੇ ਅੰਦਰ ਹੰਕਾਰ ਪਿਆ ਹੈ, ਹਉਮੈ ਪਈ, ਮੈਂ ਦਾਨੀ ਹਾਂ, ਮੇਰੇ ਕੋਲ ਇਹ ਕੁਛ ਹੈ, ਦੁਨੀਆ ਮੇਰਾ ਲੋਹਾ ਮੰਨੇ, ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ, ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਮਿੱਤਰ ਪਿਆਰੇ ਤੁਹਾਡੇ ਅੱਗੇ ਪਿੱਛੇ ਤੁਹਾਡੀ ਵਾਹ ਵਾਹ ਕਰਨ ਵਾਲੇ, ਤੁਹਾਡੀ ਸਹਾਇਤਾ ਕਰਨ ਵਾਲੇ ਸਹਾਰੇ ਵੀ ਦਿਸਦੇ ਹੋਣ। ਲਸ਼ਕਰ ਤਰਕਸ਼ ਬੰਦ ਬੰਦ ਜੀਓ ਜੀਓ ਸਗਲੀ ਕੀਤ, ਤੁਹਾਡੇ ਕੋਲ ਮਹਾਰਾਜ ਕਹਿੰਦੇ ਵੱਡੇ ਵੱਡੇ ਹਥਿਆਰਬੰਦ ਲਸ਼ਕਰ ਹੋਣ, ਵੱਡੀਆਂ ਸੈਨਾਵਾਂ ਹੋਣ, ਉਹਨਾਂ ਨੇ ਤੁਹਾਨੂੰ ਘੇਰਿਆ ਹੋਵੇ ਤੁਹਾਡੀ ਰੱਖਿਆ ਵਾਸਤੇ, ਅਤੇ ਸਾਰੇ ਜੀਓ ਜੀਓ ਸਗਲੀ ਕੀਤ, ਸਾਰੇ ਤੁਹਾਡੀ ਜੀ ਜੀ ਕਰਕੇ ਇੱਜ਼ਤ ਕਰਦੇ ਨਜ਼ਰ ਆਉਂਦੇ ਹੋਣ, ਪਰ ਉਸ ਵੇਲੇ ਵੀ ਚਿਤਨਾ ਆਇਓ ਪਾਰ ਬ੍ਰਹਮ ਤਾਂ ਖੜਾ ਰਸਾਤਲ ਦੀਤ। ਜੇ ਵਾਹਿਗੁਰੂ ਜੀ ਨਹੀਂ ਯਾਦ ਆਏ ਨਾ, ਜੇ ਵਾਹਿਗੁਰੂ ਜੀ ਦਾ ਸ਼ੁਕਰਾਨੇ ਭਰਿਆ ਅੰਦਰ ਤੁਹਾਡਾ ਸੁਭਾਅ ਨਹੀਂ ਬਣਿਆ, ਤੁਹਾਡੀ ਮੱਤ 'ਤੇ ਉਹ ਪ੍ਰਭਾਵ ਨਹੀਂ ਹੈ, ਵਾਹਿਗੁਰੂ ਜੀ ਦੀ ਦਿੱਤੀ ਹੋਈ ਇਹ ਸਾਰੀ ਦਾਤ ਹੈ, ਇਹ ਭਾਵ ਨਹੀਂ ਅੰਦਰ ਆਇਆ, ਇਹ ਚੇਤਾ ਨਹੀਂ ਆਇਆ, ਤਾਂ ਮਹਾਰਾਜ ਕਹਿੰਦੇ ਤਾਂ ਖੜ ਰਸਾਤਲ ਦੀਤ। ਰਸਾਤਲ ਭਾਵ ਅਤ ਦੀ ਗਿਰਾਵਟ ਵਾਲੀ ਦੁਖਦਾਈ ਅਵਸਥਾ ਵਿੱਚ ਇਹ ਬਿਰਤੀਆਂ ਲੈ ਜਾਂਦੀਆਂ ਨੇ। ਭਾਵੇਂ ਜਿੰਨਾ ਮਰਜ਼ੀ ਸੁਖਦਾਈ ਸਮਾਨ ਹੋਵੇ ਤੁਹਾਡੇ ਕੋਲ, ਭਾਵੇਂ ਵਾਹ ਵਾਹ ਕਰਨ ਵਾਲੇ ਹੋਣ, ਬਹੁਤ ਕੁਛ ਤੁਹਾਡੀ ਰੱਖਿਆ ਕਰਨ ਵਾਲਾ ਸੈਨਾਵਾਂ ਵਾਲਾ ਵੀ ਅਡੰਬਰ ਹੋਵੇ, ਪਰ ਜੇ ਵਾਹਿਗੁਰੂ ਜੀ ਦਾ ਸ਼ੁਕਰਾਨੇ ਭਰਿਆ ਤੁਹਾਡੇ ਅੰਦਰ ਯਾਦ ਵਾਲਾ ਸੁਭਾਅ ਨਹੀਂ ਹੈ, ਤੁਹਾਡੇ ਚੇਤੇ ਵਿੱਚ ਵਾਹਿਗੁਰੂ ਜੀ ਨਹੀਂ ਹਨ, ਉਹਨੂੰ ਦਾਤਾ ਸਮਝ ਕੇ ਜਾਚਕ ਬਣ ਕੇ ਤੁਸੀਂ ਉਹਦੇ ਨਾਲ ਪਿਆਰ ਦਾ ਰਿਸ਼ਤਾ ਨਹੀਂ ਬਣਾਇਆ, ਤਾਂ ਦਾਤਾਰ ਜੀ ਕਹਿੰਦੇ
ਅਤ ਦੀ ਗਿਰਾਵਟ ਵਾਲੀ, ਵਿਕਾਰੀ ਬਿਰਤੀਆਂ ਵਾਲੀ ਅਵਸਥਾ ਜਿਹੜੀ ਤੁਹਾਨੂੰ ਦੁੱਖ ਚਿੰਤਾ ਵਿੱਚ ਲੈ ਕੇ ਜਾਂਦੀ ਹੈ, ਉਹ ਬਣਦੀ ਹੈ। ਔਰ ਆਪਾਂ ਦੇਖਦੇ ਹਾਂ, ਮਹਾਰਾਜ ਕਹਿੰਦੇ ਇੱਥੇ ਸੰਸਾਰ ਦੇ ਵੱਡੇ ਵੱਡੇ ਰਾਜੇ ਮਹਾਰਾਜੇ, ਭੂਮੀਪਤੀ, ਭਾਵੇਂ ਵੱਡੀਆਂ ਵੱਡੀਆਂ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਹੋਰ ਪਦਵੀਆਂ ਹੋਣ, ਪ੍ਰਧਾਨਗੀਆਂ ਹੋਣ, ਮਹਾਰਾਜ ਕਹਿੰਦੇ ਦੁਖੀ ਨਜ਼ਰ ਆ ਰਹੇ ਨੇ, ਚਿੰਤਾ ਤੁਰ ਡਰੇ ਹੋਏ, ਖੁਸ ਨਾ ਜਾਵੇ, ਕਿਤੇ ਖੁਸ ਨਾ ਜਾਵੇ, ਖਤਮ ਨਾ ਹੋ ਜਾਈਏ। ਪਰ ਗੁਰਦੇਵ ਕਹਿੰਦੇ ਇਹ ਤੇ ਤੁਹਾਡੀ ਚਿੰਤਾ ਦਾ ਹੀ ਭਾਈ ਪ੍ਰਮਾਣ ਹੈ, ਤੁਹਾਡੇ ਦੁਖੀ ਹੋਣ ਦਾ, ਤੁਹਾਡੇ ਡਰੇ ਹੋਣ ਦਾ ਪ੍ਰਮਾਣ ਹੈ। ਤੁਹਾਡੇ ਕੋਲ ਸਾਜ਼ੋ ਸਮਾਨ ਰੱਖਿਆ ਦਾ, ਪਰ ਫਿਰ ਵੀ ਤੁਸੀਂ ਡਰੇ ਹੋਏ ਹੋ। ਸੁੱਖਾਂ ਦਾ ਸਮਾਨ, ਫਿਰ ਵੀ ਤੁਸੀਂ ਬੇਚੈਨ ਹੋ। ਕਿਉਂ ਬੇਚੈਨ ਹੋ? ਕਿ ਤੁਹਾਨੂੰ ਭਰੋਸਾ ਨਹੀਂ ਹੈ ਜਿਹੜਾ ਮਾਲਕ ਨੇ ਅੱਜ ਦਿੱਤਾ ਹੈ, ਇਹ ਕੱਲ੍ਹ ਵੀ ਤੁਹਾਡੇ ਨਾਲ ਹੈ। ਉਹਨੂੰ ਮੈਂ ਯਾਦ ਕਰਾਂ, ਉਹਦੇ ਅੱਗੇ ਝੋਲੀ ਅੱਡਾਂ। ਮਹਾਰਾਜ ਕਹਿੰਦੇ ਇਹ ਅਵਸਥਾ ਨਾ ਹੋਣ ਕਰਕੇ ਹੀ ਇਹ ਭਟਕਣਾ ਚਿੰਤਾ ਵਾਲੀ ਅਵਸਥਾ ਬਣਦੀ। ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ। ਕਾਇਆ ਨੂੰ ਰੋਗ ਵੀ ਕੋਈ ਨਾ ਹੋਵੇ, ਤੰਦਰੁਸਤ ਲੱਗੋ ਤੁਸੀਂ ਦੇਖਣ ਵਾਸਤੇ, ਕੋਈ ਇਹਦੇ ਵਿੱਚ ਛਿਦਰ, ਕੋਈ ਮਾੜਾਪਣ ਵੀ ਨਾ ਨਜ਼ਰ ਆਵੇ, ਨਾ ਕਿਛ ਕਾੜਾ ਸੋਗ। ਇਸ ਤਰ੍ਹਾਂ ਲੱਗੇ ਕਿ ਇਹਦੇ ਜੀਵਨ ਵਿੱਚ ਕੋਈ ਚਿੰਤਾ ਨਹੀਂ ਪਾਈ, ਇਹ ਤਾਂ ਬੜਾ ਖੁਸ਼ਕਿਸਮਤ ਹੈ, ਇਹਦੇ ਕੋਲ ਤਾਂ ਕਿੰਨਾ ਕੁਛ ਹੈ। ਦੁਨੀਆ ਉਸ ਨੂੰ ਬਹੁਤ ਵੱਡਾ ਖੁਸ਼ਕਿਸਮਤ ਜਾਣ ਕੇ ਵੀ ਇਹਦੇ ਵਰਗਾ ਤੇ ਅਮੀਰ ਕੋਈ ਨਹੀਂ, ਇਹਦੇ ਵਰਗਾ ਤਾਕਤਵਰ ਕੋਈ ਨਹੀਂ। ਔਰ ਮਹਾਰਾਜ ਕਹਿੰਦੇ ਇਹੋ ਜਿਹਾ ਖੁਸ਼ੀਆਂ ਦਾ ਸਾਜ਼ੋ ਸਮਾਨ ਹੋਵੇ ਜਿਹੜਾ ਗੁਰੂਦੇਵ ਕਹਿੰਦੇ ਮਿਰਤ ਨਾ ਆਵੀ ਚਿੱਤ ਤਿਸ, ਐਨਸ ਭੋਗੈ ਭੋਗ। ਇੰਨਾ ਸਾਮਾਨ ਖੁਸ਼ੀਆਂ ਦਾ, ਇੰਨਾ ਰੱਖਿਆ ਦਾ ਸਾਜ਼ੋ ਸਮਾਨ ਕਿ ਉਹਨੂੰ ਮੌਤ ਵੀ ਚੇਤੇ ਨਾ ਆਵੇ। ਇੰਨਾ ਖਚਿਤ ਹੋਇਆ ਹੋਵੇ ਦੁਨੀਆ ਦੇ ਇਸ ਪਦਾਰਥਕ ਸੁੱਖਾਂ ਦੇ ਵਿੱਚ ਤੇ ਉਹਨਾਂ ਦੇ ਭੋਗਾਂ ਵਿੱਚ ਹੀ ਮਸਤ ਹੋਇਆ ਉਹਨੂੰ ਮੌਤ ਵੀ ਭੁੱਲੀ ਹੋਵੇ। ਸਭ ਕਿਛ ਕੀਤੋ ਨ ਆਪਣਾ ਜੀਏ ਨਾ ਸ਼ੰਕ ਧਰਿਆ। ਜਿਸ ਨੇ ਸਾਰਾ ਕੁਛ ਹੀ ਇਸ ਸੰਸਾਰ ਦਾ ਆਪਣੀ ਮਲਕੀਅਤ ਬਣਾ ਲਿਆ ਹੋਵੇ ਤੇ ਉਸ ਨੂੰ ਇਸ ਤੇ ਰੱਤੀ ਭਰ ਵੀ ਸ਼ੱਕ ਨਾ ਰਵੇ ਕਿ ਇਹ ਸਾਰਾ ਕੁਛ ਮੇਰੇ ਕਾਬੂ ਵਿੱਚ ਹੈ, ਮੇਰੇ ਵੱਸ ਵਿੱਚ ਹੈ, ਮੇਰੇ ਕੰਟਰੋਲ 'ਚ ਹੈ, ਕੋਈ ਮੇਰਾ ਕੀ ਵਿਗਾੜ ਸਕਦਾ ਹੈ। ਉਸ ਵੇਲੇ ਵੀ ਗੁਰੂਦੇਵ ਕਹਿੰਦੇ ਚਿਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਭਰਿਆ। ਗੁਰੂਦੇਵ ਕਹਿੰਦੇ ਇਹੋ ਜਿਹੀ ਹਾਲਤ ਵਿੱਚ ਬੰਦਾ ਜਮਾਂ ਦੇ ਵਸ ਪੈਂਦਾ ਹੈ ਜੇ ਉਹਨੂੰ ਵਾਹਿਗੁਰੂ ਜੀ ਚਿੱਤ ਨਹੀਂ ਆਉਂਦੇ ਤਾਂ। ਜੇ ਵਾਹਿਗੁਰੂ ਜੀ ਦਾ ਸਿਮਰਨ ਭਜਨ ਨਹੀਂ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਅਵਸਥਾ ਨਹੀਂ ਹੈ, ਤੇ ਜਮਾਂ ਦੇ ਵਸ ਪੈਂਦਾ ਉਹ। ਜਮ ਕੰਕਰ ਕੜੇ ਜਮ, ਇਹ ਜਮ ਹੀ ਨੇ ਨਾ ਕਿ ਤੁਹਾਨੂੰ ਚਿੰਤਾ, ਸਭ ਕੁਝ ਹੁੰਦਿਆਂ ਵੀ ਚਿੰਤਾ ਗ੍ਰਸੀ ਰਵੇ। ਰਾਤ ਨੂੰ ਵੀ ਤੁਹਾਨੂੰ ਕੁੰਡੀਆਂ ਲਾ ਕੇ ਤੇ ਬਹੁਤ ਭੋਰਿਆਂ ਦੇ ਵਿੱਚ ਜਾ ਕੇ ਸੌਣਾ ਪਵੇ ਤੇ ਸਵੇਰੇ ਉੱਠ ਕੇ ਫੇਰ ਉਹੀ ਚਿੰਤਾਵਾਂ ਤੁਹਾਨੂੰ ਘੇਰੀ ਰੱਖਣ। ਕਿਤੇ ਇਹ ਨਾ ਖੁੱਸ ਜਾਵੇ, ਕਿਤੇ ਉਹ ਨਾ ਮੇਰੇ ਕੋਲ ਆ ਕੇ ਮੇਰੇ ਤੇ ਹਮਲਾ ਕਰਕੇ ਖੋਹ ਲਵੇ, ਕੋਈ ਆਪਣੀਆਂ ਚੁਸਤੀਆਂ ਚਲਾਕੀਆਂ ਨਾਲ ਮੇਰੇ ਕੋਲੋਂ ਆ ਨਾ ਖੋਹ ਲਵੇ। ਇਸ ਮਹਾਰਾਜ ਕਿੱਥੇ ਆਨੰਦ? ਤੁਹਾਡੇ ਅੰਦਰ ਦਾ ਹੰਕਾਰ, ਕ੍ਰੋਧ, ਈਰਖਾ, ਨਿੰਦਿਆ, ਚੁਗਲੀ, ਖੁਦਗਰਜ਼ੀ, ਮੌਕਾ ਪ੍ਰਸਤੀ, ਅਨੰਤ ਔਗਣ ਨੇ। ਜੇ ਇਹ ਤੁਹਾਨੂੰ ਘੇਰੀ ਰੱਖਣਗੇ, ਕਿੱਥੋਂ ਆਨੰਦ ਲੱਭੋਗੇ? ਕਿੱਥੇ ਸੁੱਖ ਮਿਲੇਗਾ ਤੁਹਾਨੂੰ? ਔਰੰਗਜ਼ੇਬ ਵਰਗਿਆਂ ਨੂੰ ਨਹੀਂ ਮਿਲਿਆ। ਅੰਤ ਪਛਤਾਵੇ ਤੇ ਗਏ ਨੇ। ਕਿਸ ਚੀਜ਼ ਦਾ ਘਾਟਾ ਸੀ ਔਰੰਗਜ਼ੇਬ ਕੋਲ? ਕਿਹੜੀ ਗੱਲ ਸੀ ਜਿਹੜੀ ਉਹਦੀ ਮੰਨੀ ਨਹੀਂ ਸੀ ਜਾਂਦੀ? ਲਸ਼ਕਰ ਘੱਟ ਸੀਗੇ, ਸੈਨਾਵਾਂ ਘੱਟ ਸੀ, ਸੁਖ ਸਾਧਨ ਘੱਟ ਸੀ, ਧਰਮ ਕਰਮ ਵੀ ਕਰਦਾ ਨਜ਼ਰ ਆਉਂਦਾ ਸੀ, ਪਰ ਇੱਕੋ ਗੱਲ ਨਹੀਂ ਸੀ ਜਿਹੜੀ ਕਲਗੀਧਰ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਸ਼ਹਿਨਸ਼ਾਹ ਔਰੰਗਜ਼ੇਬ ਆਲਮੀ ਕਿ ਦਾਰਾਏ ਦੌਰਸਤ ਦੂਰਸਤ ਦੀ। ਤੂੰ ਸਮੇਂ ਦਾ ਹਾਕਮ ਹੈ, ਤੇਰੇ ਕੋਲ ਬਹੁਤ ਕੁਛ ਹੈ, ਪਰ ਜੇ ਤੇਰੇ ਕੋਲ ਨਹੀਂ ਹੈ, ਤੇਰੇ ਕੋਲ ਦੀਨ ਨਹੀਂ ਹੈ, ਤੇਰੇ ਕੋਲ ਧਰਮ ਨਹੀਂ ਹੈ, ਤੇਰੇ ਕੋਲ ਵਾਹਿਗੁਰੂ ਜੀ ਦੀ ਪਿਆਰ ਯਾਦ ਵਾਲੀ ਧਾਰਮਿਕ ਬਿਰਤੀ, ਅਧਿਆਤਮਿਕ ਜੁਗਤ ਨਹੀਂ ਹੈ। ਇਸ ਕਰਕੇ ਤੂੰ ਦੁਖੀ ਹੈ, ਡਰਿਆ ਹੋਇਆ ਹੈ, ਤੇ ਸਾਰਿਆਂ ਨਾਲ ਲੜਾਈ ਝਗੜੇ ਪਾ ਕੇ ਪਿਓ ਨੂੰ ਵੀ ਕੈਦ ਕਰ ਲਿਆ, ਭਰਾਵਾਂ ਨੂੰ ਵੀ ਮਾਰਤਾ ਕਿ ਕਿਤੇ ਮੇਰੇ ਕੋਲੋਂ ਨਾ ਖੁੱਸ ਜਾਏ। ਕਿੱਥੇ ਆਨੰਦ ਹੈ ਤੇਰੇ ਕੋਲ? ਕਿੱਥੇ ਸੁੱਖ ਹੈ? ਨਾ ਤੂੰ ਆਪ ਸੁਖੀ ਹੈ, ਨਾ ਤੂੰ ਦੂਜਿਆਂ ਨੂੰ ਸੁਖੀ ਰਹਿਣ ਦੇ ਰਿਹਾ। ਮਹਾਰਾਜ ਕਹਿੰਦੇ ਇਹ ਜਮ ਕੰਕਰਾਂ ਦੇ ਵਸ ਪੈ ਜਾਂਦਾ ਬੰਦਾ, ਫਿਰ ਬੇਨਤੀ ਕਰਦੇ, ਸਾਨੂੰ ਸਿਖਾਉਂਦੇ ਨੇ ਕਿ ਸੱਚੇ ਪਾਤਸ਼ਾਹ ਫਿਰ ਇਹੋ ਜਿਹੀ ਜਿਹੜੀ ਅਤ ਤਰਸਯੋਗ ਹਾਲਤ ਹੈ, ਇਹ ਤੋਂ ਬਚਣਾ ਕਿਵੇਂ ਹੈ? ਦਾਤਾ ਜੀ ਕਹਿੰਦੇ ਆਓ ਮੈਂ ਤੁਹਾਨੂੰ ਦੱਸਾਂ ਅਖੀਰਲੇ ਬਚਨ। ਕਿਰਪਾ ਕਰੇ
जिस पार ब्रह्म होवै साधु संग। ਇਹ ਜਿਹੜਾ ਸਾਧੂ ਸੰਗਤ ਹੈ, ਇਹ ਗੁਰੂ ਦੀ ਸੰਗਤ ਵਿੱਚ ਮਿਲ ਬੈਠਣ ਦਾ ਸੁਭਾਗ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੀ ਮਿਹਰ ਦਾ ਪ੍ਰਮਾਣ ਹੈ। ਜੇ ਕਿਤੇ ਬੰਦੇ ਦੇ ਉੱਤੇ ਇਸ ਤਰ੍ਹਾਂ ਦੀ ਬਖਸ਼ਿਸ਼ ਹੋ ਜਾਏ ਕਿ ਉਹ ਦੁਨੀਆ ਦੀ ਇਸ ਤਰ੍ਹਾਂ ਦੀ ਅਗਿਆਨੀਆਂ ਦੀ, ਬੇਸੰਜਮਿਆਂ ਦੀ, ਲਾਪਰਵਾਹਾਂ ਦੀ, ਬੇਧਿਆਨਿਆਂ ਦੀ ਭੀੜ ਵਿੱਚੋਂ ਨਿਕਲ ਕੇ ਗੁਰੂ ਦੀ ਸੰਗਤ ਵਿੱਚ ਆ ਜਾਏ, ਹੋਵੇ ਸਾਧੂ ਸੰਗ, ਜਿਉਂ-ਜਿਉਂ ਉਹ ਵਧਾਈ ਹੈ ਤਿਉਂ-ਤਿਉਂ ਹਰ ਸਿਉ ਰੰਗ। ਇਹ ਸਾਧ ਸੰਗਤ ਵੱਧਦੀ ਜਾਵੇ, ਇਹ ਸਾਧ ਸੰਗਤ ਨਾਲ ਰਿਸ਼ਤਾ ਦਿਨ ਬ ਦਿਨ ਮਹਾਰਾਜ ਕਹਿੰਦੇ ਹੋਰ ਵੱਧਦਾ ਜਾਵੇ, ਹੋਰ ਗੁਰੂ ਦੀ ਸੰਗਤ ਵਿੱਚ, ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਬੈਠਣ ਦਾ ਸੁਭਾਗ ਬਣਿਆ ਰਹੇ। ਤਾਂ ਮਹਾਰਾਜ ਕਹਿੰਦੇ ਤਿਉਂ-ਤਿਉਂ ਹਰ ਸਿਉ ਰੰਗ, ਤਿਵੇਂ-ਤਿਵੇਂ ਵਾਹਿਗੁਰੂ ਜੀ ਦੇ ਪਿਆਰ ਦਾ ਰੰਗ ਚੜ੍ਹਦਾ ਹੈ, ਤਿਵੇਂ-ਤਿਵੇਂ ਵਾਹਿਗੁਰੂ ਜੀ ਦੇ ਨਾਲ ਪਿਆਰ ਦਾ ਰਿਸ਼ਤਾ ਬਣਾਉਣ ਦੀ ਸੁਭਾਗੀ ਅਵਸਥਾ ਪ੍ਰਾਪਤ ਹੁੰਦੀ ਹੈ। ਯਾਦ ਰੱਖਿਓ ਮਹਾਰਾਜ ਕਹਿੰਦੇ ਦੋਹਾਂ ਸਿਰਿਆਂ ਕਾ ਖਸਮ ਆਪ, ਅਬਰ ਨਾ ਦੂਜਾ ਥਾਉ, ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ। ਜਦੋਂ ਤੁਸੀਂ ਗੁਰੂ ਦੀ ਸੰਗਤ ਵਿੱਚ ਆ ਕੇ ਆਪਣੇ ਅੰਦਰ ਸਮਰਪਣ ਭਾਵਨਾ ਲੈ ਆਉਂਦੇ ਹੋ, ਗੁਰੂ ਦੇ ਉੱਤੇ ਦ੍ਰਿੜ ਭਰੋਸਾ ਰੱਖਦੇ ਹੋ ਕਿ ਸਤਿਗੁਰੂ ਜੀ ਮੈਨੂੰ ਨਹੀਂ ਜਾਚ ਆਉਂਦੀ ਵਾਹਿਗੁਰੂ ਜੀ ਨਾਲ ਪਿਆਰ ਦਾ ਰਿਸ਼ਤਾ ਬਣਾਉਣ ਦੀ, ਮੈਂ ਤੇ ਵਿਕਾਰੀ ਬਿਰਤੀਆਂ ਵਿੱਚ ਘਿਰਿਆ ਹੋਇਆ, ਇਹਨਾਂ ਵਿੱਚ ਹੀ ਖਚਿਤ ਹਾਂ, ਦੁਨੀਆ ਦੇ ਧੰਦਿਆਂ ਵਿੱਚ ਖਚਿਤ ਹਾਂ, ਤੁਸੀਂ ਹੀ ਮੇਰੇ ਤੇ ਕਿਰਪਾ ਕਰਕੇ ਇਹੋ ਜਿਹੀ ਸਮਝ, ਇਹੋ ਜਿਹਾ ਗਿਆਨ ਬਖਸ਼ ਦਿਓ ਕਿ ਮੈਨੂੰ ਆਪਣੇ ਜੀਵਨ ਦੇ ਰਚਨਹਾਰ, ਰੱਖਿਅਕ, ਪ੍ਰਤਪਾਲਕ, ਸਰਬ ਸਹਾਇਕ, ਸਰਬ ਸ਼ਕਤੀਮਾਨ ਵਾਹਿਗੁਰੂ ਜੀ ਨਾਲ ਰਿਸ਼ਤਾ ਬਣਾਉਣਾ ਆ ਜਾਏ। ਤੁਸੀਂ ਮੈਨੂੰ ਇਹ ਸਮੱਤ ਦੇ ਦਿਓ, ਸਮੱਤ ਦੇਵੋ ਸੰਤ ਪਿਆਰੇ, ਸਿਮਰੋ ਨਾਮ ਮੋਹੇ ਨਿਸਤਾਰੇ। ਇਹ ਸਾਧ ਸੰਗਤ ਵਿੱਚੋਂ ਜੇ ਜਾਚ ਸਮੱਤ ਆ ਜਾਵੇ, ਮਹਾਰਾਜ ਕਹਿੰਦੇ ਫਿਰ ਇਹ ਸਾਹਿਬ ਨਿਤਾਣਿਆਂ ਕਾ ਤਾਣ ਦਾ ਭਰੋਸਾ ਅੰਦਰ ਵੱਜ ਜਾਂਦਾ ਹੈ। ਸੱਚੀ ਮੁੱਚੀ ਵਾਹਿਗੁਰੂ ਜੀ ਸਾਡੇ ਸਹਾਇਕ ਬਣ ਜਾਂਦੇ, ਸਾਡੇ ਅੰਦਰ ਆਪਣਾ ਆਤਮਿਕ ਬਲ ਭਰ ਦੇ ਦਿੰਦੇ। ਫਿਰ ਤਤੀ ਤਵੀ ਵੀ ਜਿਹੜੀ ਹੈ ਉਹ ਸਾਡੇ ਆਨੰਦ ਨੂੰ ਨਹੀਂ ਖੋ ਸਕਦੀ। ਆਓ ਗੁਰੂ ਕੋਲ ਝੋਲੀ ਅੱਡੀਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਜੇ ਤੁਸੀਂ ਇਸ ਤਰ੍ਹਾਂ ਦਾ ਆਨੰਦ ਦਾ ਅਨੁਭਵ ਮਾਣਿਆ, ਤੁਹਾਡੀ ਸ਼ਰਨ ਵਿੱਚ ਅਸੀਂ ਆਏ ਹਾਂ। ਨਾਮ ਤਰੀਕ ਹੀ ਸਹੀ, ਸਾਨੂੰ ਸੱਚੇ ਸੁੱਚੇ ਸਦਾ ਦੇ ਸਤ ਸੰਗੀ ਬਣਾ ਕੇ ਇਹ ਆਤਮਿਕ ਪਿਆਰ ਦੇ ਰੰਗ ਦਾ ਕਿਣਕਾ ਮਾਤਰ ਪ੍ਰਸ਼ਾਦ ਬਖਸ਼ ਦਿਓ, ਤਾਂ ਕਿ ਤੁਹਾਡੇ ਇਸ ਸ਼ਬਦ ਦਾ ਸਦਕਾ ਆਪਣੇ ਜੀਵਨ ਦੇ ਵਿੱਚ ਵਾਹਿਗੁਰੂ ਜੀ ਤੁਹਾਡਾ ਸ਼ੁਕਰ, ਤੁਹਾਡਾ ਸ਼ੁਕਰ, ਤੁਹਾਡਾ ਸ਼ੁਕਰ ਦੀ ਯਾਦ ਵਿੱਚ ਜੁੜ ਕੇ ਉਹ ਆਨੰਦਮਈ ਅਵਸਥਾ ਜਿਹਦੀ ਸਾਨੂੰ ਲੋੜ ਮਹਿਸੂਸ ਹੁੰਦੀ ਹੈ, ਉਹਦੇ ਪਾਤਰ ਅਧਿਕਾਰੀ ਬਣ ਸਕੀਏ। ਇੰਨੇ ਸ਼ਬਦ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ